ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾਈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਤੁਹਾਡੇ ਆਗੇ ਅਰਦਾਸ ਮਾਰੀ, ਜਿਉ ਪਿੰਡ ਸਭ ਤੇਰਾ, ਕੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨ ਜਾਣੇ ਮੇਰਾ। ਆਦਿ ਕਾਜੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਇ। ਅਜਨ ਹਰ ਗੋਬਿੰਦ ਨੂੰ ਸਿਮਰਨ ਸ੍ਰੀ ਆਲਾਏ। ਸ੍ਰੀ ਅਰਜਨ ਤੇ ਆਈਏ, ਜਿ ਜਿੱਥੇ ਸਭ ਦੁਖ ਜਾਏ। ਸ਼੍ਰੀ ਗੁਰੂ ਤੇਗ ਬਹਾਦਰ ਸਿਮਰਿਏ, ਕਰਨੋਂ ਨਿਦਾਵੇ ਤਾਏ। ਦਸਮ ਪਾਤਸ਼ਾਹ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਣਾ ਸਹਾਇ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਪ ਜੀ ਦੀ ਪਿੱਤਰ ਬਾਣੀ ਕੀ ਮਹਿਮਾ ਕਹੀ ਨਾ ਜਾਏ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਸਿਮਰਿਏ, ਜਿਨ੍ਹਾਂ ਧਰਮ ਦਾ ਮਾਰਗ ਦਿਆ ਬਤਾਏ। ਧੰਨ ਧੰਨ ਸਤਿਗੁਰੂ ਸੰਗਤਾ ਜੀ, ਧੰਨ ਧੰਨ ਸਤਿਗੁਰੂ ਰਾਮ ਸਿੰਘ ਜੀ, ਜਿਨ੍ਹਾਂ ਨਾਮ ਦਿਆ ਵਰਤਾਏ। ਧੰਨ ਧੰਨ ਸਤਿਗੁਰੂ ਨਰੈਣ ਦਾਸ ਸਾਹਿਬ ਜੀ, ਜਿਨ ਜਮ ਤੋਂ ਯਾਦ ਛਡਾਏ। ਧੰਨ ਧੰਨ ਸਤਿਗੁਰੂ ਸਾਧੂ ਰਾਮ ਸਾਹਿਬ ਜੀ, ਜਿਨ ਚਰਨੀ ਯਾਦ ਲਗਾਏ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਜੀ, ਜੋ ਅੰਤੇ ਹੋਏ ਸਹਾਇ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ, ਜੋ ਅੰਗ ਸੰਗ ਹੋਏ ਸਹਾਇ। ਨਿਮਾਣਿਆਂ ਦੇ ਮਨ ਸਤਿਗੁਰੂ, ਨੀਤਾਣਿਆਂ ਦੇ ਤਾਨ ਸਤਿਗੁਰੂ। ਨਿਉ ਧਿਆਨ ਦਿਓ ਨਿਆਸਿਓ ਕੇ ਆਸਰਾ। ਨਿਰਲੱਜਿਆਂ ਦੀ ਲੱਜ, ਨਿਪਤਿਆਂ ਦੀ ਪਤ। ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਦੀ ਆਜੂਰੀ ਸੰਗਤਾਂ ਇਕੱਤਰ ਹੋ ਕੇ ਆਪ ਦੇ ਚਰਨ ਕਮਲਾਂ ਚ ਅਰਦਾਸ ਬੇਨਤੀ ਜੋੜੀਆਂ ਕਰ ਰਹੀਆਂ ਹਨ। ਕੀਤਾ ਲੋੜੀਏ ਕੰਮ ਸੁਹਲ ਪਿਆ ਕੀਏ, ਕਾਰਜ ਦੇ ਸੁਹਾਰ ਸਤਿਗੁਰ ਸਜਤਾ ਕੀਏ। ਸੰਤਾਂ ਸੰਗ ਨਿਧਾਨ ਅੰਮ੍ਰਿਤ ਜਾ ਕੀਏ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ। ਨਾਨਕ ਹਰ ਗੁਣ ਗਾਇਆ ਲਖ ਪ੍ਰਭ ਰਾਖੀਏ। ਆਪ ਜੀ ਦੇ ਮਾਂ ਵਾਕ ਅਨੁਸਾਰ, ਆਪ ਜੀ ਦੀ ਓਟ ਆਸਰਾ ਲੈ ਕੇ ਆਪ ਵੇਰ ਕਰਨੀ ਬਖਸ਼ਿਸ਼ ਕਰਨੀ। ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਜੋ ਆਪ ਜੀ ਮਿੱਠੇ ਮਿੱਠੇ ਵਚਨ ਕਰੋਗੇ, ਇਹ ਆਪ ਦੀਆਂ ਸੰਗਤਾਂ ਦੇ ਹਿਰਦੇ ਚ ਵਰਸਾਉਣੇ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ ਪਾਤਸ਼ਾਹ, ਆਪਣੀਆਂ ਸੰਗਤਾਂ ਨੂੰ ਆਪ ਉਦਮ ਉਚਾਰ ਬਖਸ਼ ਕੇ ਆਪਣੇ ਦਰਬਾਰ ਦੀ ਹਾਜ਼ਰੀਆਂ ਬਖਸ਼ਣੀਆਂ ਪਾਤਸ਼ਾਹ। ਬਖਸ਼ਿਸ਼ ਕਰਨਾ ਵਿਛੜੀ ਨਾ ਵਿਛਾਰੀ, ਨਾ ਭੁੱਲੀ ਤੇ ਨਾ ਭੁਲਾਵੀਂ। ਚਾਨਾਂ ਦਾ ਪਿਆਰ ਬਖਸ਼ਣਾ, ਅੰਮ੍ਰਿਤ ਵੇਲ ਦਾ ਜਾਗਣਾ ਬਖਸ਼ਣਾ, ਇਸ਼ਨਾਨ ਦਾ ਦਾਨ ਬਖਸ਼ਣਾ, ਦੋਨੋਂ ਕਦਮ ਚ ਨਹੀਂ ਬਖਸ਼ਣਾ। ਸਵਾਸ ਸਵਾਸ ਭਜਨ ਕਰਨ ਦੀ ਤਾਕਤ ਬਖਸ਼ਣੀ। ਆਪਣੇ ਸੂਰ ਸਾਹਿਬ ਦੇ ਰਚਨ, ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਬਖਸ਼ੀਆਂ। ਬਖਸ਼ਿਸ਼ ਤੇ ਰਹਿਮਤਾਂ ਕਰਨੀਆਂ। ਸਰਬੱਤ ਸੰਗਤ ਦੇ ਪਾਤਸ਼ਾਹ ਜੀ, ਅਰਦਾਸ ਬੇਨਤੀ ਹੈ ਪਾਤਸ਼ਾਹ, तुम करो दया मेरे साईं। ऐसी मत दीजिए मेरे ठाकर, सदा सदा तो ध्याई बख्शिश करें। आप जी के हुक्म अनुसार चार पैर सुखली बचीत हुई है। दिन चलिया पातशाह जी, आप जी का कोट कोट शुकराना है। अपनी गोद बख्शी ने बाकी अमृत वेले दी, बाकी का दिन सुखला बताना। सही सजन मिलने जिन्ना मेरिया उच्चा सुच्चा नाम चेता वे। श्री गुरु नानक नाम चढ़दी कला, तेरे पानी सरबत का पला। तारे जान लया विमान, जिन्हें दर्शन पाया, जिन्हें
ਤੁਧਨੋ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਅਭਿਮਾਨ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਅਭਿਮਾਨ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਅਭਿਮਾਨ ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ ਦਰਸ਼ਨ ਪਾਇਆ। ਜਿਨੇ ਤੁਧਨੋ ਤਨ ਕਿਹਾ ਤਿਨ ਜਮ ਨੇੜ ਨਾਇਆ। ਤਾਰਿਆ ਜਹਾਨ ਲਿਆ ਅਭਿਮਾਨ ਜਿਨੇ
दर्शन पाया जिने तुधनो तन किया तिन जम नेड़ नाया तारिया जहान लया विमान जिने दर्शन पाया जिने तुधनो तन किया तिन जम नेड़ नाया तारिया जहान दया विमान जिने दर्शन पाया जिने तुधनो तन किया तिन जम तारिया जहान लया जिने दर्शन पाया जिने तुधनो तन किया तिन जम नेड़ नाया तारिया जहान लया विमान जिने दर्शन पाया जिने तुधनो तन किया तिन जम नेड़ नाया मन साचा मुख साचा सोए साचा तेरा नाम जी निरपोते निर्वैर है मेरे सतगुरु सेवा राम जी सतगुरु सेवा राम जी साडे अंग संग होए सहाय सतगुरु सेवा राम जी साडे अंग संग होए सहाय साहिब संत माता जी ने कीता है कमाल सारियां इकट्ठा करके रखिया है संभाल नाम जप दे नाम जपांदे यह इन्हां दा कारोबार तन तन श्री गुरु नानक जावा चरना तो बलिहार तन तन छेवें पातशाह जावा चरना तो बलिहार तन तन साहिब संत माता जी दे चरना तो बलिहार नमस्कार दंडोत बंदन अनेक बार सर्व कला समरथ डोलन तेरा खो प्रभु नानक दे कर हथ होवे सिफत खसम दी नूर अरसों कुरसों चटिए तुद डिठे सच्चे पातशाह मल जन्म जन्म दी कटिए सच जे गुरपुर माया क्यों एदो बोलो हटिए तुद डिठे सच्चे पातशाह मल जन्म जन्म दी कटिए तुद डिठे सच्चे पातशाह मल जन्म जन्म दी कटिए एक ओंकार सतगुर प्रसाद तन तन श्री सतगुरु बालक सिंह साहिब सच्चे पातशाह जी तन तन श्री सतगुरु संगता साहिब सच्चे पातशाह जी तन तन श्री सतगुरु नैणदास
साहिब सच्चे पातशाह जी। तन तन श्री सतगुरु संतू राम साहिब सच्चे पातशाह जी। अंत न सिफती कहण न अंत, अंत न करण देण न अंत, अंत न वेखण सुणन न अंत, अंत न जापै क्या मन मंत, अंत न जापै कीता आकार, अंत न जापै पारावार, अंत कारण के ते बिल लाए, ताके अंत न पाए जाए, एहो अंत न जाने कोए, बहुता कहिए बहुता होए, बड़ा साहिब ऊंचा थाओ, ऊंचे ऊपर ऊंचा नाओ, ए बड़ ऊंचा होवे कोए, तिस ऊंचे को जाने सोए, जे बड़ आप जाने आप आप, नानक नदरी करमी दात। ना उस दियां सिफतां दा कोई अंत है ਅਤੇ ना ही कहण वालियां दा, ना ही उस दियां करनियां कीते कारजां दा कोई अंत है ਅਤੇ ना ही उस दियां दातां देण दा। ਵੇਖਣ ਤੇ ਸੁਣਨ ਨਾਲ ਹੀ ਉਸ ਦੇ ਗੁਣਾਂ ਦਾ ਪਾਰ ਨਹੀਂ ਪਾ ਸਕੀਦਾ, ਨਾ ਹੀ ਇਸ ਗੱਲ ਦਾ ਕੋਈ ਅੰਤ ਹੈ ਕਿ ਬ੍ਰਹਿਮੰਡ ਦੀ ਰਚਨਾ ਕਰਨ ਵਾਲੇ, ਬ੍ਰਹਿਮੰਡ ਦੀ ਰਚਨਾ ਕਰਨ ਵੇਲੇ ਉਸ ਦੇ ਮਨ ਵਿੱਚ ਕੀ ਪ੍ਰਯੋਜਨ ਸੀ, ਇਸ ਗੱਲ ਦਾ ਵੀ ਥੋ ਨਹੀਂ ਮਿਲਦਾ ਕਿ ਕਦ ਉਸਨੇ ਇਹਨਾਂ ਆਕਾਰਾਂ ਨੂੰ ਸਿਰਜਿਆ ਹੈ। ਉਸ ਅਨੰਤ ਤੇ ਉਸ ਅਨੰਤ ਦੇ ਪਾਰ ਉਰਾਹਾ ਦਾ ਵੀ ਕੋਈ ਅੰਤ ਨਹੀਂ ਹੈ। ਉਸ ਦਾ ਅੰਤ ਪਾਉਣ ਲਈ ਕਿਤਨੇ ਹੀ ਜੀਵ ਤਰਲੇ ਲੈ ਰਹੇ ਹਨ, ਪਰ ਉਸ ਅਨੰਤ ਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਪ੍ਰਭੂ ਦੇ ਨਮਿਤ ਜਿਤਨਾ ਵੀ ਬਹੁਤਾ ਕਿਹਾ ਜਾਂਦਾ ਹੈ, ਉਤਨਾ ਹੀ ਬਹੁਤਾ ਕਹਿਣ ਲਈ ਉਹ ਹੋਰ ਵੱਡਾ ਦਿਸ ਪੈਂਦਾ ਹੈ। ਭਾਵ ਮਨੁੱਖ ਨੂੰ ਹੋਰ ਸੋਝੀ ਹੋ ਆਉਂਦੀ ਹੈ ਅਤੇ ਉਹ ਹੋਰ ਕਹਿਣ 'ਤੇ ਮਜਬੂਰ ਹੁੰਦਾ ਹੈ। ਉਹ ਸਾਹਿਬ ਵੱਡਾ ਹੈ, ਉਸ ਦਾ ਥਾਨ ਉੱਚਾ ਹੈ, ਉਸ ਉੱਚੇ ਤੋਂ ਉੱਪਰ ਉਸ ਦਾ ਨਾਂ ਹੈ। जितना ऊंचा वो परमेश्वर है, उतना ही ऊंचा कोई आप होवे, तद ही उस ऊंचे नूं जानिया जा सकता है। जितना वड्डा वो परमेश्वर आप है, वो आप ही अपने वड्डपण नूं जानदा है। श्री गुरु नानक देव जी कहते हैं कि उसकी मेहर दृष्टि नाल ही ਉਸ ਦੀ ਦਾਤ ਮਿਲਦੀ ਹੈ। 7ਵੇਂ ਦਿਨ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦਾ ਆਰੰਭ ਇਉਂ ਕੀਤਾ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ, केते मंगे जोध अपार, केते अगणत नहीं विचार, केते खप टुटे बेकार, केते लल मुकर पाए, केते मूरख खाई खाए, केतिया दुख भूख सदमार, ए भी दात तेरी दातार, बंद खलासी पाणै होए, और आख न सकै कोए, जे को खाए के आखण पाए, ओह जाने जेतिया मुँह खाए, आपे जाने आपे दे, आखे से भी के ही के,
ਜਿਸਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਪ੍ਰਭੂ ਦੀ ਬਖਸ਼ਿਸ਼ ਬਹੁਤ ਹੈ, ਉਹਨਾਂ ਨੂੰ ਲਿਖਿਆ ਨਹੀਂ ਜਾ ਸਕਦਾ। ਉਹ ਦਾਤਾ ਵੱਡਾ ਹੈ, ਉਸ ਨੂੰ ਲੈਣ ਦੀ ਤਿਲ ਮਾਤਰ ਦੀ ਵੀ ਲਾਲਚ ਨਹੀਂ ਹੈ। ਸਾਰੇ ਉਸ ਪਾਸੋਂ ਹੀ ਮੰਗਦੇ ਹਨ। ਬੇਸ਼ੁਮਾਰ ਯੋਧੇ ਉਸ ਪਾਸੋਂ ਮੰਗ ਰਹੇ ਹਨ। ਮੰਗਣ ਵਾਲਿਆਂ ਦਾ ਕੋਈ ਹਿਸਾਬ ਕਿਤਾਬ ਨਹੀਂ। ਕਿਤਨੇ ਹੀ ਦਾਤਾਂ ਲੈ ਕੇ ਫਕੀਰਾਂ ਵਿੱਚ ਫਸ ਕੇ, ਕਿਤਨੇ ਹੀ ਦਾਤਾਂ ਲੈ ਕੇ ਵਿਕਾਰਾਂ ਵਿੱਚ ਫਸ ਕੇ ਮਰ ਖਪ ਗਏ ਹਨ। ਕਿਤਨੇ ਹੀ ਪ੍ਰਭੂ ਤੋਂ ਦਾਤਾਂ ਲੈ ਕੇ ਮੁਕਰ ਗਏ ਹਨ। ਕਿਤਨੇ ਹੀ ਅਜਿਹੇ ਮੂਰਖ ਹਨ ਜਿਹੜੇ ਖਾਣਾ ਹੀ ਖਾਣਾ ਜਾਣਦੇ ਹਨ। ਕਿਤਨਿਆਂ ਨੂੰ ਹੀ ਭੁੱਖਾਂ ਤੇ ਦੁੱਖਾਂ ਦੀ ਮਾਰ ਸਦਾ ਹੀ ਪੈਂਦੀ ਰਹਿੰਦੀ ਹੈ। ਹੇ ਦਾਤਾ, ਇਹ ਵੀ ਤੇਰੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਉਹ ਦੁੱਖਾਂ ਦੇ ਮੂੰਹ ਆ ਕੇ ਵੀ ਸੁਧਰ ਜਾਣਾ ਤੇਰੇ ਪਾਣੇ ਵਿੱਚ ਚੱਲਣ ਨਾਲ ਹੀ ਬੰਦ ਖਲਾਸੀ ਹੁੰਦੀ ਹੈ। ਹੇ ਦਾਤਾ, ਇਹ ਵੀ ਤੇਰੀ ਬਖਸ਼ਿਸ਼ ਹੀ ਸਮਝਣੀ ਚਾਹੀਦੀ ਹੈ ਕਿ ਉਹ ਦੁੱਖਾਂ ਦੇ ਮੂੰਹ ਆ ਕੇ ਵੀ ਸੁਧਰ ਜਾਣਾ ਤੇਰੇ ਪਾਣੇ ਵਿੱਚ ਚੱਲਣ ਨਾਲ ਹੀ ਬੰਦ ਖਲਾਸੀ ਹੁੰਦੀ ਹੈ। ਹੋਰ ਵੀ ਹੋ ਸਕਦੀ ਹੈ, ਕੋਈ ਨਹੀਂ ਕਹਿ ਸਕਦਾ। ਜੇ ਕੋਈ ਮੂਰਖ ਦਖਲ ਦੇਣ ਦੀ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਕਿਤਨੀਆਂ ਮੂੰਹ 'ਤੇ ਚੋਟਾਂ ਖਾਣੀਆਂ ਪੈਂਦੀਆਂ ਹਨ। ਚੋਟਾਂ ਖਾਣੀਆਂ ਪਈਆਂ ਹਨ, ਉਹ ਹੀ ਜਾਣਦਾ ਹੈ। ਅਕਾਲ ਪੁਰਖ ਆਪ ਹੀ ਹਰ ਇੱਕ ਦੀ ਲੋੜ ਨੂੰ ਜਾਣਦਾ ਹੈ ਅਤੇ ਆਪਣੇ ਆਪ ਹੀ ਉਸ ਦੀ ਲੋੜ ਅਨੁਸਾਰ ਦਿੰਦਾ ਹੈ। ਇਸ ਗੱਲ ਨੂੰ ਵਿਰਲੇ ਹੀ ਮੰਨਦੇ ਤੇ ਕਹਿੰਦੇ ਹਨ, ਪਰ ਅਸਲੀ ਗੱਲ ਜਿਨ੍ਹਾਂ ਨੂੰ ਉਹ ਆਪਣੀ ਸਿਫਤ ਸਲਾਹ ਦੀ ਬਖਸ਼ਿਸ਼ ਕਰਦਾ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਅਜਿਹੇ ਜੀਵ ਪਾਤਸ਼ਾਹਾਂ ਦੇ ਪਾਤਸ਼ਾਹ ਹੋ ਜਾਂਦੇ ਹਨ। ਇਸ ਤੋਂ ਬਾਅਦ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਫਰਮਾਇਆ, ਭਾਈ ਜੀਤਾ ਰਾਮ, ਹੁਣ ਅਗਲੀ ਪੌੜੀ ਪੜੋ। ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਐ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖ ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਣ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤੇ ਗੋਵਿੰਦ, ਆਖੇ ਈਸਰ ਆਖੇ ਸਿੱਧ, ਆਖੇ केते कीते बुध, आखे दानव आखे देव, आखे सुर नर मुन जन सेव, केते आखे आखण पाहे, केते कह कह उठ उठ जाहे, एते कीते होर करे, ता आख न सकै केई के, जेवड़ पावै तेवड़ होए, नानक जाने साचा सोए, जेको आखे बोल विगाड़, ता लिखिए सिर गावारा गावार। ਕਰਤਾ ਪੁਰਖ ਦੇ ਗੁਣ ਅਮੋਲਕ ਅਮੁੱਲ ਹਨ, ਭਾਵ ਕੀਮਤ ਤੋਂ ਬਹੁਤ ਉੱਪਰ ਹਨ। ਉਹਨਾਂ ਗੁਣਾਂ ਦੇ ਵਪਾਰ ਦੀ ਕੀਮਤ ਵੀ ਨਹੀਂ ਪੈ ਸਕਦੀ। ਕੋਈ ਜੀਵ ਪ੍ਰਭੂ ਦੇ ਗੁਣਾਂ ਦੀ ਕੀਮਤ ਨਹੀਂ ਪਾ ਸਕਦਾ। ਉਹਨਾਂ ਗੁਣਾਂ ਦੇ ਵਪਾਰੀ ਵੀ ਅਮੋਲਕ ਹਨ ਅਤੇ ਉਹਨਾਂ ਗੁਣਾਂ ਦੇ ਖਜ਼ਾਨੇ ਵੀ ਅਮੋਲਕ ਹਨ।
ਉਹਨਾਂ ਦੇ ਖਰੀਦਦਾਰ ਵੀ ਮੁੱਲ ਰਹਿਤ ਹੋ ਕੇ ਨਿਰਮਾਣ ਬਣ ਕੇ ਲੈਣ ਆਉਂਦੇ ਹਨ ਅਤੇ ਅਮੋਲਕ ਨਾਮ ਵਿਹਾਜ ਕੇ ਤੁਰ ਜਾਂਦੇ ਹਨ। ਪ੍ਰਭੂ ਪ੍ਰੇਮ ਮੁੱਲ ਤੋਂ ਉੱਪਰ ਹੈ। ਜੋ ਜੀਵ ਪ੍ਰਭੂ ਪਰਮਾਤਮਾ ਵਿੱਚ ਲੀਨ ਹੋ ਜਾਂਦੇ ਹਨ, ਉਹਨਾਂ ਦਾ ਵੀ ਮੁੱਲ ਨਹੀਂ ਪੈ ਸਕਦਾ। ਧਰਮ ਵੀ ਅਮੋਲਕ ਹੈ ਅਤੇ ਉਸ ਦਾ ਦਰਬਾਰ ਵੀ ਅਮੋਲਕ ਹੈ। ਉੱਥੇ ਦੇ ਤਰਾਜੂ, ਤਕੜੀ ਅਤੇ ਵੱਟੇ ਵੀ ਅਮੋਲਕ ਹੈ ਅਤੇ ਪੈਮਾਨਾ ਵੀ ਅਮੋਲਕ ਹੀ ਹੈ। ਬਖਸ਼ਿਸ਼ ਅਤੇ ਬਖਸ਼ਿਸ਼ ਦੇ ਨਿਸ਼ਾਨ ਵੀ ਮੁੱਲੋਂ ਪਰੇ ਹਨ। ਪ੍ਰਭੂ ਦੀ ਮਿਹਰ ਮੁੱਲ ਤੋਂ ਰਹਿਤ ਹੈ ਅਤੇ ਅਮੁੱਲ ਹੈ। ਉਸ ਦਾ ਹੁਕਮ ਵੀ ਅਮੁੱਲਾਂ ਵਿੱਚੋਂ ਅਮੁੱਲ, ਉਹ ਆਪ ਪ੍ਰਭੂ ਹੈ। ਉਸ ਦਾ ਵਰਣਨ ਨਹੀਂ ਹੋ ਸਕਦਾ। ਜਿਨ੍ਹਾਂ ਭਗਤਾਂ ਨੇ ਉਸ ਪ੍ਰਭੂ ਦੇ ਗੁਣਾਂ ਦਾ ਗਾਇਨ ਕੀਤਾ, ਉਹ ਗਾ ਗਾ ਕੇ ਉਸ ਦੀ ਲਿਵ ਦੇ ਧਾਰਣੀ ਹੋ ਗਏ। ਵੇਦਾਂ ਅਤੇ ਪੁਰਾਣਾਂ ਦੇ ਪਾਠਾਂ ਦੁਆਰਾ ਪ੍ਰਭੂ ਦੀ ਮਹਿਮਾ ਗਾਈ ਜਾਂਦੀ ਹੈ। ਪੜ੍ਹਨ ਵਾਲੇ ਅਤੇ ਵਖਿਆਣ ਕਰਨ ਵਾਲੇ ਵਿਦਵਾਨ ਵੀ ਕਰਤਾ ਪੁਰਖ ਦੀ ਮਹਿਮਾ ਹੀ ਕਰਦੇ ਹਨ। ਬ੍ਰਹਮਾ ਅਤੇ ਇੰਦਰ ਵੀ ਉਸਤਤ ਰਾਹੀਂ ਵਰਣਨ ਕਰ ਰਹੇ ਹਨ, ਭਾਵ ਉਸ ਦਾ ਅੰਦਾਜ਼ਾ ਲਗਾ ਰਹੇ ਹਨ। ਗੋਪੀਆਂ ਅਤੇ ਕ੍ਰਿਸ਼ਨ ਵੀ ਉਸ ਪਰਮਾਤਮਾ ਦੀ ਹੀ ਉਸਤਤ ਕਰ ਰਹੇ ਹਨ। ਸ਼ਿਵ ਜੀ ਅਤੇ ਸਿੱਧ ਵੀ ਉਸ ਦਾ ਜਸ ਗਾਉਂਦੇ ਹਨ। ਕਿਤਨੇ ਹੀ ਬੁੱਧੀਮਾਨ ਜੋ ਪਰਮੇਸ਼ਰ ਨੇ ਪੈਦਾ ਕੀਤੇ ਹਨ, ਉਹ ਵੀ ਪ੍ਰਭੂ ਦੇ ਗੁਣ ਹੀ ਆਪ ਗਾ ਰਹੇ ਹਨ। ਰਾਖਸ਼ ਅਤੇ ਦੇਵਤੇ ਵੀ ਕਥ ਰਹੇ ਹਨ। ਉਸ ਦਾ ਜਸ ਦੇਵਤੇ, ਮਨੁੱਖ, ਮੁਨਜਨ ਅਤੇ ਸੇਵਕ, ਸ਼ੈਵ ਮਤ ਵਾਲੇ ਵੀ ਕਰਦੇ ਹਨ। ਕਈ ਪ੍ਰਭੂ ਦੇ ਗੁਣਾਂ ਦਾ ਅੰਦਾਜ਼ਾ ਲਾ ਰਹੇ ਹਨ ਅਤੇ ਕਈ ਇਸ ਦਾ ਯਤਨ ਕਰ ਰਹੇ ਹਨ। ਕਈ ਆਖਦੇ ਵੀ ਉੱਠ ਟੁਰਦੇ ਹਨ। ਇਤਨੇ ਜੋ ਜੀਵ ਪ੍ਰਭੂ ਨੇ ਪੈਦਾ ਕੀਤੇ ਹਨ, ਜੋ ਇਤਨੀ ਹੀ ਹੋਰ ਰਚਨਾ ਰਚ ਦੇਵੇ, ਤਾਂ ਵੀ ਕੋਈ ਅਜਿਹਾ ਨਹੀਂ ਹੋਵੇਗਾ ਜੋ ਦੱਸ ਸਕੇ ਕਿ ਪ੍ਰਭੂ कैसा है, क्योंकि जितना वड्डा वो होना चाहे उतना वड्डा हो सकता है। श्री गुरु नानक देव जी आखदे हन, अपने आप नूं सच्चा साहिब आप ही जानदा है। जे कोई बोल विगाड़ पाव कोई बड़ बोला मनुख दसन लगे, जे कोई बोल विगाड़ पाव कोई बड़ बोला मनुख दसन लगे, तां ओ मूर्खां दा मूर्ख है। मैं यही कह सकदा हाँ, सो दर केहा सो कर केहा, जित बह सरब समाले, वाजे नाद अनेक असंखा, केते वामण हारे, केते राग परिस्यो कयन, केते गावण हारे। गावह तोनो पौण पाणी बैसंतर, गावह राजा तरम दुआरे, गावह चित गुपत लिख जाणै, लिख लिख तरम विचारे, गावह ईसर बर्मा देवी, सोहन सदा सवारे, गावह इंदासन बैठे, देवते आदर नाले, गावह सिद्ध समाधि अंदर, गावन साध विचारे, गावन जति सती संतोखी,
गावह वीर करारे। गावन पंडित पढ़न रखी सर, जुग जुग वेदा नाले। गावह मोहनिया मनमोहन, सुरगा मच पयाले। गावन रतन उपाय तेरे, 68 तीरथ नाले। गावह जोध महाबल सूरा, गावह खाणी चारे। गावह खंड मंडल वर पंडा, कर कर रखे तारे। सेई तुधनो गावह, जो तुध पावन, रते तेरे भगत रसाले। होर केते गावन, से मैं चित न आवन। नानक क्या विचारे, सोई सोई सदा सच साहिब। साचा साची नाई, है भी होसी जाए न जासी। रचना जिन रचाई, रंगी रंगी पाती कर कर। जिनसी माया जिन उपाई, कर कर वेखै कीता आपना। जिव तिस दी वड्याई, जो तिस पावै सोई करसी। हुकम न करना जाई, सो पातशाहो साहा पात साहिब। नानक रहण रजाई। परमेश्वर दा ਉਹ ਦਰ ਦੁਆਰਾ ਕਿਹੋ ਜਿਹਾ ਹੈ? ਉਹ ਘਰ ਕਿਸ ਤਰ੍ਹਾਂ ਦਾ ਹੈ ਜਿੱਥੇ ਬਹਿ ਕੇ ਉਹ ਸਾਰਿਆਂ ਦੀ ਸੰਭਾਲ ਕਰਦਾ ਹੈ? ਤੇਰੇ ਦਰ ਉੱਤੇ ਕਿਤਨੇ ਹੀ ਵਾਜੇ ਅਨੇਕ ਨਾਦ ਪੈਦਾ ਕਰ ਰਹੇ ਹਨ ਅਤੇ ਅਣਗਿਣਤ ਵਾਜੇ ਵਜਾਉਣ ਵਾਲੇ ਹਨ। ਕਿਤਨੇ ਹੀ ਰਾਗਾ ਰਾਗਣੀਆਂ ਰਾਹੀਂ ਗੁਪਤ ਤੇ ਸਾਖਿਆਤ ਰੂਪ ਵਿੱਚ ਗਾ ਰਹੇ ਹਨ ਅਤੇ ਕਿਤਨੇ ਹੀ ਰਾਗਾਂ ਦੇ ਗਾਉਣ ਵਾਲੇ ਹਨ। ਪੌਣ, ਪਾਣੀ ਅਤੇ ਅਗਨੀ ਤੇਰਾ ਜਸ ਗਾ ਰਹੇ ਹਨ। ਧਰਮਰਾਜ ਵੀ ਤੇਰੇ ਦੁਆਰੇ 'ਤੇ ਬੈਠਾ ਤੇਰਾ ਜਸ ਗਾ ਰਿਹਾ ਹੈ, ਤੈਨੂੰ ਗਾ ਰਹੇ ਹਨ। ਚਿੱਤਰਗੁਪਤ ਜੋ ਜੀਵਾਂ ਦਾ ਲੇਖਾ ਲਿਖਣਾ ਜਾਣਦੇ ਹਨ, ਜਿਨ੍ਹਾਂ ਦੀ ਲਿਖੀ ਲਿਖਤ ਉੱਪਰ ਧਰਮਰਾਜ ਵਿਚਾਰ ਕਰਦਾ ਹੈ, ਦੇਵੀਆਂ ਸਹਿਤ ਤੈਨੂੰ ਗਾ ਰਹੇ ਹਨ। ਸ਼ਿਵ ਜੀ ਅਤੇ ਬ੍ਰਹਮਾ ਜਿਹੜੇ ਸਦਾ ਹੀ ਸਵਾਰੇ ਤੇਰੇ ਦਰ ਉੱਪਰ ਸੋਭਨੀਕ ਹਨ, ਤੇਰੇ ਦਰ ਉੱਤੇ ਹੋਰ ਦੇਵਤਿਆਂ ਸਮੇਤ ਸਿੰਘਾਸਨ ਉੱਪਰ ਇੰਦਰ ਬੈਠਾ ਤੈਨੂੰ ਗਾ ਰਿਹਾ ਹੈ। ਸਿੱਧ ਸਮਾਧੀ ਵਿੱਚ ਹੀ ਹੋ ਕੇ, ਸਿੱਧ ਸਮਾਧੀ ਵਿੱਚ ਵੀ ਹੋ ਕੇ ਗਾ ਰਹੇ ਹਨ। ਸਾਧੂ ਗਿਆਨ ਵਿਚਾਰ ਦੁਆਰਾ ਗਾ ਰਹੇ ਹਨ। ਜਤੀ, ਸਤੀ, ਸੰਤੋਖੀ ਅਤੇ ਤਕੜੇ ਯੋਧੇ ਵੀ ਤੇਰਾ ਹੀ ਜਸ ਗਾ ਰਹੇ ਹਨ। ਪੜ੍ਹਨ ਵਾਲੇ ਪੰਡਤ, ਵੱਡੇ ਵੱਡੇ ਰਿਸ਼ੀ ਵੇਦਾਂ ਸਮੇਤ ਜੁਗਾ ਜੁਗਾਂ ਤੋਂ ਗਾ ਰਹੇ ਹਨ। ਸਵਰਗ, ਮਾਤਲੋਕ ਅਤੇ ਪਾਤਾਲ ਦੀਆਂ ਮਨਮੋਹਣ ਵਾਲੀਆਂ ਸੁੰਦਰ ਇਸਤਰੀਆਂ ਤੇਰਾ ਜਸ ਗਾ ਰਹੀਆਂ ਹਨ। ਤੇਰੇ ਉਪਾਏ ਹੋਏ ਰਤਨ ਜੋ ਸਮੁੰਦਰ ਰਿੜਕਣ ਵੇਲੇ ਨਿਕਲੇ ਸਨ, 68 ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ। ਯੋਧੇ ਅਤੇ ਮਹਾਬਲੀ ਸੂਰਮੇ ਵੀ ਤੈਨੂੰ ਗਾ ਰਹੇ ਹਨ। ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ ਅਤੇ ਉਤਪੁਜ ਦੇ ਜੀਵ ਗਾ ਰਹੇ ਹਨ। ਖੰਡ, ਮੰਡਲ ਅਤੇ ਬ੍ਰਹਿਮੰਡ ਜੋ ਤੇਰੇ ਰਚੇ ਹੋਏ ਹਨ ਅਤੇ ਜੋ ਤੇਰੇ ਹੀ ਆਸਰੇ ਕਾਇਮ ਹਨ, ਤੈਨੂੰ ਗਾ ਰਹੇ ਹਨ। ਉਹੀ ਤੈਨੂੰ ਗਾਉਂਦੇ ਹਨ ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਰਸੀਏ ਹੋ ਕੇ ਤੇਰੀ ਭਗਤੀ ਵਿੱਚ ਲੱਗੇ ਹੋਏ ਹਨ। ਹੋਰ ਕਿਤਨੇ ਹੀ ਤੈਨੂੰ ਗਾਉਂਦੇ ਹਨ ਜੋ ਮੇਰੇ ਚੇਤੇ ਵਿੱਚ ਨਹੀਂ ਆਉਂਦੇ। ਉਹਨਾਂ ਦੀ ਨਾਨਕ ਜੀ ਕਹਿੰਦੇ ਹਨ, ਮੈਂ ਕੀ ਵਿਚਾਰ ਕਰਾਂ। ਉਹ ਕਰਤਾ ਪੁਰਖ ਮਾਲਕ ਹੈ, ਉਹੀ ਸਦਾ ਕਾਇਮ ਰਹਿਣ ਵਾਲੀ ਹਸਤੀ ਵਾਲਾ ਹੈ।
जो आप सच्चा है उस दी वडियाई भी सच्ची है। करता पुरख जिसने सारी रचना रची है ਉਹ ਹੈ ਅਤੇ ਸਦਾ ਹੀ ਹੋਵੇਗਾ, ਨਾ ਜੰਮਦਾ ਹੈ ਨਾ ਮਰੇਗਾ। ਰੰਗਾਂ ਰੰਗਾਂ ਦੀ ਰੰਗਾਂ ਰੰਗ ਦੀ ਭਾਂਤ ਭਾਂਤ ਦੀ ਕਿਸਮਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਹੈ, ਜੋ ਰਚਨਾ ਸਾਜ ਸਾਜ ਕੇ ਪਾਲਣ ਅਤੇ ਸੰਭਾਲਣ ਕਰਦਾ ਹੈ। ਜਿਵੇਂ ਕਿ ਉਸ ਦੀ ਆਪਣੀ ਉੱਚੀ ਸ਼ਾਨ ਹੈ, ਉਸ ਪਰਮੇਸ਼ਰ ਨੂੰ ਜੋ ਭਾਉਂਦਾ ਹੈ ਉਹ ਸੋ ਹੀ ਕਰਦਾ ਹੈ, ਉਹ ਸੋਈ ਹੀ ਕਰਦਾ ਹੈ। ਉਸ ਉੱਪਰ ਕੋਈ ਹੁਕਮ ਨਹੀਂ ਕੀਤਾ ਜਾ ਸਕਦਾ। ਉਹ ਪਾਤਸ਼ਾਹ ਹੈ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਸਾਨੂੰ ਉਸ ਦੀ ਰਜ਼ਾ ਵਿੱਚ ਚੱਲਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਸਾਨੂੰ ਉਪਦੇਸ਼ ਦਿੰਦੇ ਹਨ। ਜਦੋਂ ਸਤਿਗੁਰੂ ਨਾਨਕ ਦੇਵ ਜੀ ਜਗਤ ਦਾ ਕਲਿਆਣ ਕਰਦੇ ਕਰਦੇ ਸੁਮੇਰ ਪਰਬਤ 'ਤੇ ਪਹੁੰਚੇ ਤਾਂ ਉੱਥੇ ਆਪ ਦਾ ਗੋਰਖਪੰਥੀ ਜੋਗੀਆਂ ਨਾਲ ਮੇਲ ਹੋਇਆ। ਉਹਨਾਂ ਨੇ ਗੁਰੂ ਜੀ ਨੂੰ ਆਪਣੇ ਪੰਥ ਵਿੱਚ ਸ਼ਾਮਲ ਹੋਣ ਨੂੰ ਪ੍ਰੇਰਿਆ ਅਤੇ ਆਪਣੇ ਜੋਗ ਦੇ ਚਿੰਨ੍ਹ, ਮੁੰਦਰਾਂ, ਝੋਲੀ, ਖਿੰਥਾ, ਇਹ ਚਿੰਨ੍ਹ ਦਾ ਅਤੇ ਵਿਭੂਤੀ ਆਦਿ ਧਾਰਨ ਕਰਨ ਲਈ ਆਖਿਆ। ਤਾਂ ਸਤਿਗੁਰੂ ਜੀ ਨੇ ਕਿਹਾ ਕਿ ਪਿਆਰਿਓ, ਇਹ ਚਿੰਨ੍ਹ ਤਾਂ ਅਸੀਂ ਕਈ ਚਿਰਾਂ ਤੋਂ ਧਾਰਨ ਕੀਤੇ ਹੋਏ ਹਨ। ਜੋਗੀਆਂ ਨੇ ਕਿਹਾ ਕਿ ਅਸੀਂ ਤਾਂ ਆਪ ਜੀ ਦੇ ਸਰੀਰ 'ਤੇ ਆਪਣੇ ਪੰਥ ਵਰਗਾ ਕੋਈ ਚਿੰਨ੍ਹ ਨਹੀਂ ਵੇਖ ਰਹੇ। ਤਦ ਸਤਿਗੁਰੂ ਜੀ ਨੇ ਸਿੱਧਾਂ ਨੂੰ ਆਪਣੇ ਚਿੰਨ੍ਹਾਂ ਬਾਰੇ ਅਗਲੀ ਪੌੜੀ ਵਿੱਚ ਇਸ ਪ੍ਰਕਾਰ ਦੱਸਿਆ। ਮੁੰਦਾ ਸੰਤੋਖ ਧਰਮ ਪਦ ਚੋਲੀ, ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ, जुगत डंडा प्रतीत, आई पंथी सगल जमाती, मन जीतै जग जीत, आदेश तिसै आदेश, आद अनील अनाद अनाहित, जुग जुग एको वेस। ਤਾਂ ਸਤਿਗੁਰੂ ਭਗਵਾਨ ਦਾਸ ਜੀ ਨੇ ਦੱਸਿਆ ਕਿ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਉਹਨਾਂ ਦੀ ਸ਼ਬਦਾਵਲੀ ਵਿੱਚ ਇੰਜ ਨਵੇਂ ਰੂਪ ਵਿੱਚ ਸਮਝਾਇਆ ਕਿ ਅਸਾਂ ਸਬਰ ਅਤੇ ਸੰਤੋਖ ਦੀਆਂ ਮੁੰਦਰਾਂ ਜਨਮ ਤੋਂ ਹੀ ਪਾਈਆਂ ਹੋਈਆਂ ਹਨ। ਉਦਮ ਅਤੇ ਮਿਹਨਤ ਦੀ ਚਿੱਪੀ ਅਤੇ ਝੋਲੀ ਸਾਡੇ ਪਾਸ ਹੈ। ਉਸ ਪ੍ਰਭੂ ਦੇ ਧਿਆਨ ਦੀ ਵਿਭੂਤੀ ਸਵਾਹਾ ਸਰੀਰ 'ਤੇ ਮੱਲੀ ਹੋਈ ਹੈ। ਮੌਤ ਨੂੰ ਹਰ ਵੇਲੇ ਚੇਤੇ ਰੱਖਣਾ ਅਤੇ ਤਨ ਨੂੰ ਕੁਆਰੀ ਕੰਨਿਆ ਵਾਂਗ ਪਵਿੱਤਰ ਰੱਖਣਾ, ਇਹ ਸਾਡਾ ਚੋਲਾ ਖਿੰਥਾ ਹੈ। ਜੁਗਤ ਤੇ ਭਰੋਸਾ ਸਾਡਾ ਡੰਡਾ ਹੈ। ਸਿੱਧਾਂ ਦੇ 12 ਪੰਥ ਹਨ। ਉਹਨਾਂ ਵਿੱਚੋਂ ਆਈ ਪੰਥ ਦੇ ਮੁਖੀ ਬਾਕੀ ਸਾਰੇ ਪੰਥਾਂ ਦਾ ਪ੍ਰਤੀਨਿਧੀ ਵੀ ਆਪਣੇ ਆਪ ਨੂੰ ਹੀ ਸਮਝਦੇ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਧਾਂ ਨੂੰ ਦੱਸਦੇ ਹਨ ਕਿ ਸਾਡਾ ਪੰਥ ਤਾਂ ਸਾਰੇ ਮਨੁੱਖਾਂ ਦਾ ਪੰਥ ਹੈ। ਇਸ ਵਾਸਤੇ ਅਸੀਂ ਸਭ ਨੂੰ ਸਮਾਨ ਸਮਝਦੇ ਹਾਂ ਅਤੇ ਨਿੱਕੇ ਵੱਡੇ ਦਾ ਵਿਚਾਰ ਨਹੀਂ ਕਰਦੇ। ਆਪਣੇ ਮਨ ਨੂੰ ਜਿੱਤਣਾ ਹੀ ਸੰਸਾਰ ਨੂੰ ਜਿੱਤਣਾ ਹੈ। ਮੇਰੀ ਨਮਸਕਾਰ ਹੈ ਉਸ ਪ੍ਰਭੂ ਨੂੰ, ਨਮਸਕਾਰ ਹੈ
जो सबदा मुड है, गिनती रहत है, आद रहत है, नाम रहत नास रहत है, उस दा स्वरूप जुगां जुगांतरां तो इक्को ही है। अगले दिन भाई जीता राम बत्रा आए ਤਾਂ ਉਹਨਾਂ ਇਹ ਪੌੜੀ ਪੜੀ। ਭੁਗਤ ਗਿਆਨ ਦਇਆ ਭੰਡਾਰਨ, ਕਟ ਕਟ ਵਾਜੈ ਨਾਦ, ਆਪ ਨਾਥ ਨਾਥੀ ਸਭ ਜਾਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵਿਜੋਗ ਦੋਇ ਕਾਰ ਚਲਾਵੈ, ਲੇਖੈ ਆਵੈ ਪਾਗ, ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਿਤ, जुग जुग एको वेस। इस पौड़ी राही ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੀਆਂ ਨੂੰ ਦੱਸਦੇ ਹਨ ਕਿ ਸਾਡਾ ਭੋਜਨ ਆਤਮਿਕ ਗਿਆਨ ਹੈ ਅਤੇ ਉਸ ਨੂੰ ਵਰਤਾਉਣ ਵਾਲੀ ਦਇਆ ਹੈ। ਜੋ ਸਭ ਘਟਾਂ ਵਿੱਚ ਸ਼ਬਦ ਵੱਜ ਰਿਹਾ ਹੈ, ਇਹੀ ਸਾਡਾ ਨਾਦ ਹੈ। ਸਾਡੇ ਮਤ ਵਿੱਚ ਇੱਕ ਕਰਤਾਰ ਹੀ ਨਾਥ ਹੈ, ਜਿਸ ਦੇ ਹੁਕਮ ਦੀ ਨਕੇਲ ਵਿੱਚ ਸਾਰੀ ਦੁਨੀਆ ਨੱਥੀ ਬੱਧੀ ਹੋਈ ਹੈ। ਯੋਗ ਸਾਧਨਾ ਰਾਹੀਂ ਜੋ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ, ਉਹ ਵਿਅਰਥ ਹਨ, ਕਿਉਂਕਿ ਇਹ ਦੂਜੇ ਪਾਸੇ ਲੈ ਜਾਣ ਵਾਲੇ ਸਵਾਦ ਹਨ। ਉਸ ਕਰਤਾਰ ਦੀ ਸੰਜੋਗ ਤੇ ਵਿਜੋਗ ਸੱਤਾ ਮਿਲ ਕੇ ਸੰਸਾਰ ਦੀ ਕਾਰ ਚਲਾ ਰਹੀਆਂ ਹਨ ਅਤੇ ਲੇਖਾਂ ਅਨੁਸਾਰ ਦੁੱਖ ਸੁੱਖ ਦੇ ਛਾਂਦੇ ਮਿਲ ਰਹੇ ਹਨ। ਸੋ ਕੂੜ ਦੀ ਕੰਧ ਦੂਰ ਕਰਨ ਲਈ ਉਸ ਅਕਾਲ ਪੁਰਖ ਨੂੰ ਨਮਸਕਾਰ ਹੈ, ਜੋ ਸਭ ਦਾ ਮੁੱਢ ਹੈ, ਜੋ ਸ਼ੁੱਧ ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ, ਜੋ ਨਾਸ ਰਹਿਤ ਹੈ ਅਤੇ ਇੱਕੋ ਜਿਹਾ ਹੈ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਪੰਡਾਰੀ, ਇੱਕ ਲਾਏ ਦੀਵਾਨ। ਜਿਵ ਤਿਸ ਪਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਉਹ ਵੇਖੈ ਉਹਨਾਂ ਨਦਰ ਨ ਆਵੈ, ਬਹੁਤਾ ਇਹੋ ਵਿਡਾਣ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਿਤ, ਜੁਗ ਜੁਗ ਏਕੋ ਵੇਸ। ਸ਼ਾਸਤਰਾਂ ਅਨੁਸਾਰ ਕਿਸੇ ਜੁਗਤੀ ਨਾਲ ਮਾਇਆ ਇੱਕੋ ਇੱਕ ਬ੍ਰਹਮ ਤੋਂ ਪ੍ਰਸੂਤ ਹੋਈ। ਇਸ ਸੰਜੋਗ ਤੋਂ ਤਿੰਨ ਪ੍ਰਮਾਣਿਕ ਦੇਵਤੇ ਉਤਪੰਨ ਹੋਏ। ਇੱਕ ਸੰਸਾਰ ਨੂੰ ਦੇਖਣ ਵਾਲਾ ਬ੍ਰਹਮਾ, ਦੂਜੇ ਭੰਡਾਰੇ ਭਰਨ ਵਾਲਾ ਵਿਸ਼ਨੂੰ ਜੀ ਅਤੇ ਤੀਜਾ ਇੱਕ ਦਰਬਾਰ ਲਗਾਉਣ ਵਾਲਾ, ਕਾਲ ਦਾ ਹੁਕਮ ਦੇਣ ਵਾਲਾ ਮਹੇਸ਼। ਗੁਰਮਤ ਸਿਧਾਂਤ ਅਨੁਸਾਰ ਉਸ ਨਿਰੰਕਾਰ ਨੂੰ ਜੋ ਪਾਉਂਦਾ ਹੈ, ਤਿਵੇਂ ਤਿਵੇਂ ਹੀ ਉਹ ਸੰਸਾਰ ਚਲਾਉਂਦਾ ਹੈ ਅਤੇ ਇਹ ਤਿੰਨੇ ਦੇਵਤੇ ਜਿਵੇਂ ਉਹ ਹੁਕਮ ਕਰਦਾ ਹੈ ਤਿਵੇਂ ਹੀ ਕਰਦੇ ਹਨ। ਉਹ ਇਹਨਾਂ ਦੇਵਤਿਆਂ ਨੂੰ ਦੇਖਦਾ ਹੈ, ਪਰ ਉਹ ਆਪ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ। ਇਹਨਾਂ ਦੀ ਬਹੁਤੀ ਹੈਰਾਨੀ ਇਹੀ ਹੈ। ਮੇਰੀ ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਆਦ ਰਹਿਤ ਹੈ, ਨਾਸ ਰਹਿਤ ਹੈ। ਉਸ ਦਾ ਸਰੂਪ ਜੁਗਾ ਜੁਗਾਂਤਰਾਂ ਤੋਂ ਇੱਕੋ ਹੀ ਹੈ। ਆਸਣ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ। ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਿਤ, ਜੁਗ ਜੁਗ ਏਕੋ ਵੇਸ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ
ਹਾਜ਼ਰ ਸੰਗਤਾਂ ਨੂੰ ਦੱਸਿਆ ਕਿ ਸਿੱਧਾਂ ਦੇ ਸਵਾਲ ਤੇ ਜਵਾਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਵੇਂ ਫਰਮਾਇਆ, ਉਸ ਨਿਰੰਕਾਰ ਦੇ ਆਸਣ ਅਤੇ ਭੰਡਾਰ ਹਰ ਲੋਕ ਵਿੱਚ ਹਨ। ਜੋ ਕੁਝ ਉਸਨੇ ਇਹਨਾਂ ਭੰਡਾਰਾਂ ਵਿੱਚ ਪਾਉਣਾ ਸੀ ਇੱਕੋ ਵਾਰ ਪਾ ਦਿੱਤਾ ਹੈ। ਸ੍ਰਿਸ਼ਟੀ ਸਾਜ ਕੇ ਉਹ ਸਿਰਜਣਹਾਰ ਇਸ ਦੀ ਦੇਖਭਾਲ ਕਰ ਰਿਹਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਉਸ ਸੱਚੇ ਦੀ ਸਾਰੀ ਕਰਨੀ ਸੱਚੀ ਹੈ। ਮੇਰੀ ਨਮਸਕਾਰ ਹੈ, ਉਸ ਨੂੰ ਨਮਸਕਾਰ ਹੈ ਜੋ ਸਭ ਦਾ ਮੁੱਢ ਹੈ, ਪਰ ਆਪ ਮੁੱਢ ਰਹਿਤ ਹੈ, ਨਾਸ ਰਹਿਤ ਹੈ। ਉਸ ਦਾ ਸਰੂਪ ਜੁਗਾਂ ਜੁਗਾਂਤਰਾਂ ਤੋਂ ਇੱਕੋ ਹੀ ਹੈ। ਇੱਕ ਦੂਜੀ ਭੋ ਲਖ ਹੋਏ, लख होवे लख 20, लख लख गेड़ा आखिए एक नाम जगदीश। एत रहा पत पवड़िया चढ़िया होए 21, सुन गला आकाश की कीटा आई रीस। नानक नदरी पाइए कूड़ी कूड़े ठीस। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਫਰਮਾਉਂਦੇ ਹਨ ਕਿ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਜੇ ਇੱਕ ਜ਼ਬਾਨ ਤੋਂ ਲੱਖ ਜ਼ਬਾਨਾਂ ਹੋ ਜਾਣ ਅਤੇ ਲੱਖ ਜ਼ਬਾਨਾਂ ਹੋਰ 20 ਗੁਣਾ ਹੋ ਜਾਣ, ਉਹਨਾਂ ਸਾਰੀਆਂ ਜ਼ਬਾਨਾਂ ਜੀਭਾਂ ਨਾਲ ਲੱਖ ਲੱਖ ਵਾਰੀ प्रभु का नाम जपीए, ये रहा उस परमेश्वर दे महल दियां पौड़ियां तक जांदा है। उन्हां पौड़ियां उत्ते चढ़ के मालक परमेश्वर दे नाल एक मिक होण वाले भगतां दियां उच्चतम आकासी करनियां सुन के ਕਰਮਾਹੀਣ ਕਿਰਮਾ ਨੀਵੇਂ ਤੋਂ ਨੀਵੇਂ ਪੁਰਖਾਂ ਨੂੰ ਵੀ ਰੀਸ ਆਉਂਦੀਆਂ ਹਨ, ਪਰ ਕੂੜਿਆਂ ਦੀਆਂ ਨਿਰੀਆਂ ਕੂੜੀਆਂ ਹੀ ਗੱਲਾਂ ਹੁੰਦੀਆਂ ਹਨ। ਉਸ ਕਿਰਪਾ ਦ੍ਰਿਸ਼ਟੀ ਕਰਨ ਵਾਲੇ ਦੀ ਮਿਹਰ ਦੀ ਇੱਕ ਨਜ਼ਰ ਪੈ ਜਾਏ, ਨਹੀਂ ਤਾਂ ਕੂੜੇ ਮਨੁੱਖਾਂ ਦੀ ਕੂੜੀ ਹੀ ਵਡਿਆਈ ਹੈ, ਤਾਂ ਉਸ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ, ਤਾਂ ਉਸ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਗਲੇ ਦਿਨ ਭਾਈ ਜੀਤਾ ਰਾਮ ਬਤਰਾ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਆ ਕੇ ਪ੍ਰਣਾਮ ਕਰਕੇ ਅਗਲੀ ਪੌੜੀ ਪੜ੍ਹੀ ਤਾਂ ਸਤਿਗੁਰੂ ਭਗਵਾਨ ਦਾਸ ਜੀ ਨੇ ਦੱਸਿਆ, ਆਖਣ ਜੋਰ ਚੁਪੈ ਨਹਿ ਜੋਰ, ਜੋਰ ਨ ਮੰਗਣ ਦੇਰ ਨ ਜੋਰ, ਜੋਰ ਨ ਜੀਵਨ ਮਰਨ ਨ ਜੋਰ, ਜੋਰ ਨ ਰਾਜ ਮਾਲ ਮਨਸੋਰ, ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨ ਕੋਏ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਜੀਵ ਦੀ ਅਵਸਥਾ ਪ੍ਰਗਟਾਉਂਦੇ ਹੋਏ ਫਰਮਾਉਂਦੇ ਹਨ ਕਿ ਮਾਲਕ ਦਾ ਨਾਮ ਉੱਚੀ ਉੱਚੀ ਬੋਲ ਕੇ ਜਪਣਾ ਅਤੇ ਉਸ ਦੇ ਧਿਆਨ ਵਿੱਚ ਲਿਵ ਲਾ ਕੇ ਚੁੱਪ ਰਹਿਣਾ ਵੀ ਜੀਵ ਦੇ ਆਪਣੇ ਵੱਸ ਵਿੱਚ ਨਹੀਂ ਹੈ। ਪਰਮਾਤਮਾ ਤੋਂ ਬਖਸ਼ਿਸ਼ਾਂ ਮੰਗਣਾ ਅਤੇ ਉਸ ਤੋਂ ਪ੍ਰਾਪਤ ਹੋਈਆਂ ਵਸਤੂਆਂ ਨੂੰ ਦੂਜਿਆਂ ਨੂੰ ਦੇਣ ਵਿੱਚ ਵੀ ਮਨੁੱਖ ਦਾ ਆਪਣਾ ਕੋਈ ਵਸ ਨਹੀਂ। ਜੀਵਨ ਦੇਣ ਅਤੇ ਜੀਵਨ ਲੈਣ ਵਿੱਚ ਵੀ ਮਨੁੱਖ ਦਾ ਕੋਈ ਅਖਤਿਆਰ ਨਹੀਂ ਹੈ, ਨਾ ਹੀ ਉਸ ਦਾ
ਜੀਵ ਦਾ ਰਾਜ ਪ੍ਰਾਪਤੀ, ਧਨ ਪ੍ਰਾਪਤੀ ਅਤੇ ਮਨ ਵਿੱਚ ਉੱਠ ਰਹੇ ਵਿਚਾਰਕਾਂ ਸ਼ੋਰ ਤੇ ਕੋਈ ਅਧਿਕਾਰ ਨਾ ਹੀ ਉਸ ਦਾ ਜੀਵ ਦਾ ਰਾਜ ਪ੍ਰਾਪਤੀ, ਧਨ ਪ੍ਰਾਪਤੀ ਅਤੇ ਮਨ ਵਿੱਚ ਉੱਠ ਰਹੇ ਵਿਚਾਰਕਾਂ ਸ਼ੋਰ ਤੇ ਕੋਈ ਅਧਿਕਾਰ ਹੈ। ਸੂਝ-ਬੂਝ, ਗਿਆਨ ਅਤੇ ਵਿਚਾਰ ਤੇ ਵੀ ਉਸ ਦਾ ਕੋਈ ਅਧਿਕਾਰ ਨਹੀਂ। ਨਾ ਹੀ ਕੋਈ ਜੁਗਤ ਬਣਾ ਕੇ ਸੰਸਾਰ ਤੋਂ ਛੁਟਕਾਰਾ ਪਾਉਣ ਦਾ ਜੀਵ ਪਾਸ ਕੋਈ ਜ਼ੋਰ ਹੈ। ਜਿਸ ਪ੍ਰਭੂ ਪਰਮਾਤਮਾ ਪਾਸ ਇਹ ਸਾਰੀਆਂ ਸ਼ਕਤੀਆਂ ਹਨ, ਉਹ ਹੀ ਇਸ ਸੰਸਾਰ ਨੂੰ ਰਚਦਾ ਅਤੇ ਸੰਭਾਲਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਆਪਣੇ ਆਪ ਵਿੱਚ ਨਾ ਕੋਈ ਜੀਵ ਉੱਤਮ ਹੈ, ਨਾ ਕੋਈ ਨੀਚ ਹੈ। ਜੇ ਸਿਮਰਨ ਦੀ ਸ਼ਕਤੀ ਨਾਲ ਇਹ ਨਿਸ਼ਚਾ ਬਣ ਜਾਏ ਤਾਂ ਹੀ ਪਰਮਾਤਮਾ ਨਾਲੋਂ ਜੀਵ ਦੀ ਵਿਥ ਦੂਰ ਹੁੰਦੀ ਹੈ। ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ जुगत के रंग, तिनके नाम अनेक अनंत, कर्मी कर्मी होए विचार, सच्चा आप सच्चा दरबार, तिथै सोहिन पंच परवान, नदरी करम पवै निशान, कच पकाई ओथै पाए, नानक गया जापै जाए, नानक गया जापै जाए। ਆਕਾਸ਼ ਅਤੇ ਪਾਤਾਲ ਦੇ ਵਿਚਕਾਰ ਪੌਣ ਪਾਣੀ ਅਤੇ ਅਗਨੀ ਦਾ ਪ੍ਰਬੰਧ ਕਰਕੇ ਦਿਨ ਰਾਤ ਵਾਰ ਥਿੱਤਾਂ ਅਤੇ ਮੌਸਮਾਂ ਦਾ ਗੇੜ ਬਣ ਕੇ ਕਰਤਾ ਪੁਰਖ ਨੇ ਧਰਤੀ ਧਰਮ ਕਮਾਉਣ ਦੀ ਥਾਂ ਬਣਾਈ ਹੈ। ਇਸ ਧਰਤੀ ਉੱਪਰ ਰੰਗਾਂ ਰੰਗਾਂ ਦੇ ਜੀਵ ਹਨ ਅਤੇ ਉਹਨਾਂ ਲਈ ਉਸੇ ਕਰਤਾ ਪੁਰਖ ਨੇ ਜੀਵਨ ਜੁਗਤਾਂ ਬਣਾਈਆਂ ਹਨ। ਜੀਵਾਂ ਦੇ ਅਨੇਕ ਨਾਮ ਹਨ ਅਤੇ ਉਹਨਾਂ ਜੀਵਾਂ ਦੀ ਗਿਣਤੀ ਅਣਗਿਣਤ ਹੈ। ਜੀਵਾਂ ਦੇ ਕਰਮਾਂ ਅਨੁਸਾਰ ਹੀ ਕਰਤਾ ਪੁਰਖ ਦੇ ਦਰਬਾਰ ਵਿੱਚ ਨਿਬੇੜਾ ਹੁੰਦਾ ਹੈ। ਰੱਬ ਆਪ ਸੱਚਾ ਹੈ ਅਤੇ ਉਸ ਦਾ ਦਰਬਾਰ ਵੀ ਸੱਚਾ ਹੈ। ਉਸ ਦੇ ਦਰਬਾਰ ਵਿੱਚ ਪ੍ਰਵਾਨਗੀ ਪ੍ਰਾਪਤ ਕਰਕੇ ਭਗਤ ਜਨ ਸ਼ੋਭਾਇਮਾਨ ਹੁੰਦੇ ਹਨ। ਮਿਹਰ ਦ੍ਰਿਸ਼ਟੀ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਹੀ ਬਖਸ਼ ਦਿੱਤੇ ਗਏ ਦੀ ਵਡਿਆਈ ਮੂੰਹ 'ਤੇ ਚਮਕਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਅਕਾਲ ਪੁਰਖ ਦੇ ਦਰਬਾਰ ਵਿੱਚ ਪੁੱਜ ਕੇ ਹੀ ਜੀਵ ਨੂੰ ਆਪਣੀ ਕਚਿਆਈ ਜਾਂ ਪਕਿਆਈ, ਮੰਦੇ ਚੰਗੇ ਦਾ ਥੋ ਭੇਦ ਪਤਾ ਲੱਗਦਾ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, केते पौण पाणी वै संतर, केते पवन पाणी वै संतर, केते कान महेश, केते बरमे काढ़त कड़िय, रूप रंग के वेश, केतिया करम भूमि मेर केते, केते तू उपदेश, केते इंद्र चंद सूर केते, केते मंडल देश, केते सिद्ध बुध नाथ केते, केते देवी वेश, केते देव दानव मुन केते, केते रतन समुंद, केतिया खाणी, केतिया बाणी, केते पात नरिंद, केतिया सुरती सेवक केते, नानक अंत न अंत। श्री सतगुरु भगवान दास जी ने दसिया
ਕਿ ਇਸ ਪੌੜੀ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਧਰਮ ਖੰਡ ਦੀ ਇਹ ਮਰਿਆਦਾ ਹੈ ਕਿ ਆਪਣੇ ਫਰਜ਼ ਨੂੰ ਪੂਰਾ ਕਰਦੇ ਰਹਿਣਾ। ਗਿਆਨ ਖੰਡ ਦੇ ਪ੍ਰਸੰਗ ਵਿੱਚ ਕਰਮ ਦੀ ਅਤਿਅੰਤ ਮਹੱਤਤਾ ਹੈ, ਕਿਉਂਕਿ ਕਰਮਾਂ ਰਾਹੀਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਕਿਤਨੇ ਹੀ ਪ੍ਰਕਾਰ ਦੀਆਂ ਹਵਾਵਾਂ, ਪਾਣੀ ਅਤੇ ਅਗਨੀਆਂ ਹਨ ਅਤੇ ਕਿਤਨੇ ਹੀ ਕ੍ਰਿਸ਼ਨ ਅਤੇ ਸ਼ਿਵ ਜੀ ਹਨ। ਕਿਤਨੇ ਹੀ ਕਾੜਤ ਕਰਨ ਵਾਲੇ ਬ੍ਰਹਮਾ ਹਨ ਅਤੇ ਅਨੇਕਾਂ ਰੂਪਾਂ ਅਤੇ ਰੰਗਾਂ ਵਾਲੀਆਂ ਰਚਨਾਵਾਂ ਉਹਨਾਂ ਰਾਹੀਂ ਘੜੀਆਂ ਜਾ ਰਹੀਆਂ ਹਨ। ਕਿਤਨੀਆਂ ਕਰਮ ਕਰਨ ਦੀਆਂ ਧਰਤੀਆਂ ਅਤੇ ਪਹਾੜ ਹਨ ਅਤੇ ਕਿਤਨੇ ਹੀ ਪ੍ਰਭੂ ਭਗਤ ਅਤੇ ਉਹਨਾਂ ਦੇ ਉਪਦੇਸ਼ ਹਨ। ਕਿਤਨੇ ਹੀ ਦੇਵਤਿਆਂ ਦੇ ਰਾਜੇ ਇੰਦਰ ਹਨ। ਕਿਤਨੇ ਹੀ ਚੰਦਰਮਾ ਸੂਰਜ ਹਨ ਅਤੇ ਕਿਤਨੇ ਹੀ ਆਕਾਸ਼ ਮੰਡਲ ਅਤੇ ਦੇਸ਼ ਹਨ। ਬੇਅੰਤ ਸਿੱਧ ਹਨ, ਬੇਅੰਤ ਬੁੱਧ ਤੇ ਨਾਥ ਹਨ। ਬੇਅੰਤ ਪ੍ਰਕਾਰ ਦੇ ਦੇਵੀਆਂ ਦੇ ਸਰੂਪ ਹਨ। ਬੇਅੰਤ ਦੇਵਤੇ, ਰਾਖਸ਼ ਅਤੇ ਮੁਨੀ ਹਨ। ਕਿਤਨੇ ਹੀ ਰਤਨ ਹਨ ਅਤੇ ਕਿਤਨੇ ਹੀ ਸਮੁੰਦਰ ਹਨ। ਕਿਤਨੀਆਂ ਹੀ ਖਾੜੀਆਂ ਹਨ ਅਤੇ ਕਿਤਨੀਆਂ ਹੀ ਬਾਣੀਆਂ ਹਨ। ਕਿਤਨੇ ਹੀ ਪਾਤਸ਼ਾਹ ਤੇ ਬਾਦਸ਼ਾਹ ਹਨ। ਬੇਅੰਤ ਹੀ ਧਿਆਨੀ ਹਨ ਤੇ ਬੇਅੰਤ ਹੀ ਸੇਵਕ ਹਨ। ਅਤੇ ਗੁਰੂ ਦੇਵ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਇਹਨਾਂ ਸਭਨਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿਥੈ ਨਾਦ ਬਿਨੋਦ ਕੋਡ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿਥੈ ਕਾੜਤ ਕੜੀਐ ਬਹੁਤ ਅਨੂਪ। ਤਾकि अगला कथिया न जाहे, जे को कहे पिछै पछताहे। तिथै कड़ियै सुरत मत मन बुद्ध, तिथै कड़ियै सुरा सिद्धा की सुध। इस पौड़ी विच दसिया गया है कि ज्ञान खंड विच ज्ञान दा बहुत भारी चानण है। नाल ही ਉੱਥੇ ਕਰੋੜਾਂ ਰਾਗ, ਤਮਾਸ਼ੇ ਅਤੇ ਆਨੰਦ ਹਨ। ਸਰਮ ਉਦਮ ਖੰਡ ਦੀ ਬਨਾਵਟ ਦਾ ਵਸੀਲਾ ਰੂਪ ਹੈ। ਭਾਵ ਇਹ ਹੈ ਕਿ ਸਰਮ ਖੰਡ ਖੁਸ਼ੀ ਤੇ ਮੁਕਾਮ ਦੀ ਬਣਤਰ ਸੁੰਦਰਤਾ ਹੀ ਹੈ। ਉੱਥੇ ਹੀ ਅਤ ਸੁੰਦਰ ਘਾੜਤਾਂ ਘੜੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਹਾਲ ਕਥਨ ਨਹੀਂ ਹੋ ਸਕਦਾ। ਜੇਕਰ ਕੋਈ ਕਹਿੰਦਾ ਹੈ ਤਾਂ ਉਹ ਮਗਰੋਂ ਪਛਤਾਉਂਦਾ ਹੈ, ਕਿਉਂਕਿ ਉਹ ਬਿਆਨ ਕਰਨ ਤੋਂ ਅਸਮਰਥ ਹੈ। ਉੱਥੇ ਮਨੁੱਖ ਦੀ ਸੁਰਤ, ਮਤ, ਮਨ ਅਤੇ ਬੁੱਧੀ ਘੜੀ ਜਾਂਦੀ ਹੈ। ਉੱਥੇ ਦੇਵਤਿਆਂ ਤੇ ਸਿੱਧਾਂ ਵਰਗੀ ਸਮਝ ਵੀ ਆ ਜਾਂਦੀ ਹੈ। ਉਸ ਦਿਨ ਦੀ ਕਥਾ ਤੋਂ ਉਪਰੰਤ ਲਾਲਾ ਜੀਤਾ ਰਾਮ ਜੀ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ 'ਤੇ ਮੱਥਾ ਟੇਕ ਕਰ ਘਰ ਗਏ। ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ 10ਵੇਂ ਦਿਨ ਆਖਰੀ ਦੋ ਪੌੜੀਆਂ ਅਤੇ ਅੰਤਿਮ ਸ਼ਲੋਕ ਦੀ ਕਥਾ ਕੀਤੀ। करम खंड की बाणी जोर, तिथै होर न कोई होर। तिथै जोध महाबल सूर, तिनमै राम रया भरपूर। तिथै सीतो सीता महिमा माहे, ताके रूप न कथने जाहे।
ना उमर है न ठागे जाए, जिनके राम वसै मन माहे, तिथै भगत वसै के लो, करे अनंत सचा मन सोए, सचखंड वसै निरंकार, कर कर वेखै नदर निहाल, तिथै खंड मंडल वर पंड, जे को कथै ता अंत न अंत, तिथै लो लो आकार, जीव जीव हुकम तिवै तिवकार, वेखै विगसै कर विचार, नानक कथना करड़ा सार। करम खंड अर्थात बख्शिश दे खंड दी बरतन ਅਤੇ ਪ੍ਰਗਟ ਹੋਣ ਦਾ ਵਸੀਲਾ ਬਖਸ਼ਿਸ਼ ਕਰਨ ਵਾਲੇ ਦੀ ਬਾਣੀ ਦੀ ਸ਼ਕਤੀ ਹੈ। ਉੱਥੇ ਇਸ ਬਲ ਬਖਸ਼ਿਸ਼ ਤੋਂ ਬਗੈਰ ਕਿਸੇ ਵਿਚਾਰ ਦਾ ਜੋੜ ਨਹੀਂ, ਰਿਸਾਈ ਨਹੀਂ। ਉੱਥੇ ਯੋਧੇ ਸੂਰਮੇ ਅਤੇ ਮਹਾਬਲੀ ਐਸੇ ਹਨ ਜਿਨ੍ਹਾਂ ਅੰਦਰ ਮਨ ਵਿੱਚ ਅਕਾਲ ਪੁਰਖ ਪੂਰਨ ਤੌਰ 'ਤੇ ਵਸਿਆ ਹੋਇਆ ਹੈ। ਉੱਥੇ ਸਰਬ ਵਿਆਪਕ ਰਾਮ ਵਿੱਚ ਮਗਨਾਨੰਦ ਹੋਏ ਅਨੇਕਾਂ ਬਖਸ਼ਿਸ਼ ਵਾਲੇ ਭਗਤ ਜਨ ਹਨ, ਜਿਨ੍ਹਾਂ ਦੇ ਰੂਪ ਵਰਣਨ ਨਹੀਂ ਹੋ ਸਕਦੇ, ਜਿਨ੍ਹਾਂ ਦੇ ਹਿਰਦਿਆਂ ਵਿੱਚ ਰਾਮ ਵਸ ਰਿਹਾ ਹੁੰਦਾ ਹੈ। ਨਾ ਉਹ ਆਤਮਕ ਮੌਤ ਮਰਦੇ ਹਨ, ਨਾ ਹੀ ਉਹ ਮਾਇਆ ਰਾਹੀਂ ਠੱਗੇ ਜਾਂਦੇ ਹਨ। ਉੱਥੇ ਕਈ ਲੋਕਾਂ ਦੇ ਭਗਤ ਵਸਦੇ ਹਨ, ਕਿਉਂਕਿ ਉਹਨਾਂ ਦੇ ਮਨਾਂ ਵਿੱਚ ਉਹ ਸੱਚ ਸਰੂਪ ਹਰ ਵਸਦਾ ਹੈ। ਉਹਨਾਂ ਮਨਾਂ ਵਿੱਚ ਖੁਸ਼ੀ ਹੀ ਖੁਸ਼ੀ ਹੈ। ਅੱਗੇ ਗੁਰੂ ਜੀ ਸੱਚਖੰਡ ਦਾ ਵਰਣਨ ਕਰਦੇ ਹਨ ਕਿ ਸੱਚਖੰਡ ਵਿੱਚ ਨਿਰੰਕਾਰ ਆਪ ਵਸਦੇ ਹਨ ਅਤੇ ਰਚਨਾ ਰਚ ਕੇ ਉਸ 'ਤੇ ਕਿਰਪਾ ਕਰਕੇ ਉਸ ਦੀ ਸਾਂਭ ਸੰਭਾਲ ਕਰਦੇ ਹਨ। ਉੱਥੇ ਖੰਡ ਮੰਡਲ ਅਤੇ ਬ੍ਰਹਿਮੰਡ ਹਨ। ਜੇ ਕੋਈ ਉਹਨਾਂ ਦਾ ਵਰਣਨ ਕਰਦਾ ਹੈ ਤਾਂ ਉਹਨਾਂ ਦਾ ਅੰਤ ਨਹੀਂ ਪਾ ਸਕਦਾ। ਉੱਥੇ ਲੋਕਾਂ ਉੱਪਰ ਲੋਕ ਹਨ ਅਤੇ ਆਕਾਰਾਂ ਉੱਤੇ ਆਕਾਰ। ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ, ਉਸੇ ਤਰ੍ਹਾਂ ਦੀ ਉੱਥੇ ਕਾਰ ਹੁੰਦੀ ਹੈ। ਉਹ ਸਾਰਿਆਂ ਨੂੰ ਵੇਖਦਾ ਹੈ ਅਤੇ ਉਹਨਾਂ ਦੀ ਵਿਚਾਰ ਕਰਕੇ ਖੁਸ਼ ਹੁੰਦਾ ਹੈ। ਸ੍ਰੀ ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਇਸ ਦਾ ਹੋਰ ਵਰਣਨ ਕਰਨਾ ਬਹੁਤ ਕਠਿਨ ਹੈ। ਜਤ ਪਹਾਰਾਂ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਉ ਖਲਾ ਅਗਨ ਤਪਤਾਓ, ਪਾਂਡਾ ਪਾਓ ਅੰਮ੍ਰਿਤ ਤਿਤ ਢਾਲ, कड़िया सबद सची टकसाल, जिनको नदर करम तिनकार, नानक नदरी नदर निहाल। इस अंतिम पौड़ी विच गुरु जी शब्द दी टकसाल दा जिक्र करते हैं। जत दी पट्ठी विच धीरज रूपी सुनियार, बुद्धि रूपी ਅਹਰਣ ਉੱਪਰ ਗਿਆਨ ਰੂਪੀ ਹਥੋੜੇ ਵੱਜੇ ਅਤੇ ਪੈ ਦੀ ਧੋਕੜੀ ਤਪ ਸਥਾਨ ਦੀ ਅਗਨੀ, ਪ੍ਰੇਮ ਰੂਪ ਪਾਂਡੇ ਕੁਠਾਲੀ ਵਿੱਚ ਨਾਮ ਰੂਪੀ ਸੋਨਾ ਪਾ ਕੇ ਢਾਲਿਆ ਜਾਂਦਾ ਹੈ। ਅਰਥਾਤ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਇਹ ਹੈ ਸੱਚੀ ਟਕਸਾਲ, ਜਿਸ ਵਿੱਚ ਸ਼ਬਦ ਘੜੀਂਦਾ ਹੈ, ਜਿਨ੍ਹਾਂ ਉੱਤੇ ਨਿਰੰਕਾਰ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਜਿਨ੍ਹਾਂ ਉੱਤੇ
ਨਿਰੰਕਾਰ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਬਖਸ਼ਿਸ਼ ਹੁੰਦੀ ਹੈ। ਇਹ ਕੰਮ ਉਹਨਾਂ ਦੇ ਹੀ ਕਰਨ ਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ, ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ ਉਹਨਾਂ ਨੂੰ ਮਿਹਰ ਦੀ ਦ੍ਰਿਸ਼ਟੀ ਨਾਲ ਨਿਹਾਲ ਕਰ ਦਿੰਦਾ ਹੈ। ਜਪਜੀ ਸਾਹਿਬ ਦੀਆਂ 38 ਪੌੜੀਆਂ ਦੇ ਭਾਵਾਂ ਅਤੇ ਅਰਥਾਂ ਨੂੰ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਕਥਾ ਦੇ ਰੂਪ ਵਿੱਚ ਭਾਈ ਜੀਤਾ ਰਾਮ ਬਤਰਾ ਅਤੇ ਹੋਰ ਹਾਜ਼ਰ ਹੋਣ ਵਾਲੀਆਂ ਸੰਗਤਾਂ ਨੂੰ ਸਮਝਾਏ। ਫਿਰ ਸਾਹਿਬਾਂ ਨੇ ਭਾਈ ਜੀਤਾ ਰਾਮ ਦੇ ਅਗਲੇ ਸ਼ਲੋਕ ਪੜ੍ਹਨ ਤੇ ਉਸ ਦੇ ਅਰਥ ਸਮਝਾਉਣ ਲਈ ਉਸ ਦੀ ਕਥਾ ਵੀ ਕੀਤੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਗੁਰੂ ਹਵਾ ਹੈ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ। ਗੁਰੂ ਹਵਾ ਹੈ, ਪਾਣੀ ਪਿਤਾ ਅਤੇ ਧਰਤੀ ਮਾਤਾ ਹੈ। ਦਿਨ ਅਤੇ ਰਾਤ ਦੋਵੇਂ ਖਿਡਾਵੇ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸਾਰਾ ਜਗਤ ਖੇਡ ਰਿਹਾ ਹੈ। ਜੀਵ ਦੀਆਂ ਚੰਗਿਆਈਆਂ ਅਤੇ ਬੁਰਿਆਈਆਂ ਪਰਮੇਸ਼ਰ ਦੀ ਹਜ਼ੂਰੀ ਵਿੱਚ ਵਾਚਦਾ ਹੈ। ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਕੋਈ ਪਰਮੇਸ਼ਰ ਦੇ ਨੇੜੇ ਹੈ ਅਤੇ ਕੋਈ ਦੂਰ ਹੁੰਦਾ ਹੈ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ ਹੈ, ਉਹਨਾਂ ਦੀ ਘਾਲਨਾ ਸਫਲ ਹੋਈ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਕਥਨ ਕਰਦੇ ਹਨ ਕਿ ਨਾਮ ਸਿਮਰਨ ਵਾਲਿਆਂ ਦੇ ਮੁਖ ਉਜਲ ਹੁੰਦੇ ਹਨ ਅਤੇ ਕਿਤਨੀ ਲੋਕਾਈ ਉਹਨਾਂ ਦੀ ਸੰਗਤ ਕਰਕੇ ਮੁਕਤ ਹੋ ਜਾਂਦੀ ਹੈ। ਸ਼ਲੋਕ ਦੀ ਕਥਾ ਦੀ ਸਮਾਪਤੀ ਤੋਂ ਬਾਅਦ ਲਾਲਾ ਜੀਤਾ ਰਾਮ ਨੇ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ, ਪਾਵਨ ਗੁਰੂ ਪਾਣੀ ਪਿਤਾ ਅਤੇ ਧਰਤੀ ਨੂੰ ਵੱਡੀ ਮਾਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਉਂ ਆਖਿਆ ਹੈ? ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਪਵਨ ਗੁਰੂ ਪਾਣੀ ਪਿਤਾ ਅਤੇ ਮਾਤਾ ਧਰਤ ਮਹਤ ਦੇ ਵਿਆਖਿਆ ਕਰਦਿਆਂ ਹਾਜ਼ਰ ਸੰਗਤਾਂ ਨੂੰ ਇਸ ਤਰ੍ਹਾਂ ਸਮਝਾਇਆ ਕਿ ਪਵਨ ਨੂੰ ਵਾਯੂ, ਹਵਾ ਅਤੇ ਪ੍ਰਾਣ ਵੀ ਕਿਹਾ ਜਾਂਦਾ ਹੈ। ਬੇਜਾਨ ਵਸਤੂ ਜੀਵ ਨੂੰ ਜਾਨ ਜਾਂ ਪ੍ਰਾਣ ਵਾਯੂ ਰਾਹੀਂ ਹੀ ਪ੍ਰਾਪਤ ਹੁੰਦੇ ਹਨ। ਬੇਜਾਨ ਵਸਤੂ ਜੀਵ ਨੂੰ ਜਾਨ ਜਾਂ ਪ੍ਰਾਣ ਵਾਯੂ ਰਾਹੀਂ ਹੀ ਪ੍ਰਾਪਤ ਹੁੰਦੇ ਹਨ ਅਤੇ ਹਰ ਜੀਵ ਜਾਨਦਾਰ ਜੀਵ ਦੇ ਸਾਰੇ ਜੀਵਨ ਦਾ ਆਧਾਰ ਪਵਨ ਹੀ ਹੈ। ਜਿਵੇਂ ਗੁਰੂ ਗਿਆਨ ਰੂਪੀ ਚਾਨਣ ਦੇ ਕੇ ਜੀਵਨ ਦੇ ਹਨੇਰੇ ਨੂੰ ਦੂਰ ਕਰਦਾ ਹੈ, ਇਸੇ ਤਰ੍ਹਾਂ ਪਵਨ ਵੀ ਜੜ ਵਸਤੂ ਜੀਵ ਨੂੰ ਪ੍ਰਾਣ ਰੂਪੀ ਪ੍ਰਕਾਸ਼ ਦਿੰਦੀ ਹੈ ਅਤੇ ਇਹ ਕਰਮ ਸਾਰੇ ਜੀਵਾਂ ਦੇ ਜੀਵਨ
ਜੀਵਨ ਪ੍ਰਯੰਤ ਚੱਲਦਾ ਰਹਿੰਦਾ ਹੈ। ਸਾਰੇ ਜੀਵਾਂ ਦੇ ਜੀਵਨ ਪ੍ਰਯੰਤ ਚੱਲਦਾ ਰਹਿੰਦਾ ਹੈ। ਸੰਸਕ੍ਰਿਤ ਭਾਸ਼ਾ ਦੇ ਵਿਦਵਾਨ ਗੂ ਨੂੰ ਹਨੇਰਾ ਅਤੇ ਰੂਹ ਨੂੰ ਚਾਨਣ ਦੱਸਦੇ ਹਨ। ਇਸ ਲਈ ਗੁਰੂ ਦਾ ਅਰਥ ਚਾਨਣ ਦੇ ਕੇ ਹਨੇਰਾ ਦੂਰ ਕਰਨ ਵਾਲਾ ਵਿਅਕਤੀ ਹੈ। ਇਸ ਲਈ ਗੁਰੂ ਦਾ ਅਰਥ ਚਾਨਣ ਦੇ ਕੇ ਹਨੇਰਾ ਦੂਰ ਕਰਨ ਵਾਲਾ ਵਿਅਕਤੀ ਹੈ। ਪਿਤਾ ਦਾ ਕਰਮ ਜਨਮ ਦੇਣ ਤੇ ਪਾਲਣਾ ਹੈ। ਪਾਣੀ ਦੇ ਬਿਨਾ ਨਾ ਮਨੁੱਖ ਜੀਵਨ ਪਾਣੀ ਤੋਂ ਬਿਨਾ ਨਾ ਮਨੁੱਖ ਜੀਵਨ ਰਹਿ ਸਕਦਾ ਹੈ, ਨਾ ਮਨੁੱਖ ਦਾ ਜੀਵਨ ਰਹਿ ਸਕਦਾ ਹੈ ਅਤੇ ਨਾ ਹੀ ਵੱਧ ਸਕਦਾ ਹੈ। ਸੰਸਾਰ ਤੇ ਸਾਰੇ ਜੀਵ ਅਤੇ ਅਜੀਵ ਪ੍ਰਾਣੀ ਰਾਹੀਂ ਉਪਜੀਆਂ ਚੀਜ਼ਾਂ ਤੇ ਹੀ ਜੀਵਨ ਆਧਾਰ ਰੱਖਦੇ ਹਨ। ਇਸ ਲਈ ਪਾਣੀ ਨੂੰ ਸਤਿਗੁਰੂ ਨਾਨਕ ਦੇਵ ਜੀ ਨੇ ਪਿਤਾ ਦਾ ਦਰਜਾ ਦਿੱਤਾ ਹੈ। ਮਾਤਾ ਦਾ ਸਥਾਨ ਜੀਵਾਂ ਦੇ ਜਨਮ ਅਤੇ ਵਿਕਾਸ, ਪਾਲਣ ਪੋਸ਼ਣ ਵਿੱਚ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਇਸ ਲਈ ਧਰਤੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਵੱਡੀ ਮਾਤਾ ਦਾ ਨਾਂ ਦਿੱਤਾ ਹੈ। ਜਦੋਂ ਸੰਪੂਰਨ ਜਪਜੀ ਸਾਹਿਬ ਜੀ ਦੀ ਕਥਾ ਭਾਈ ਜੀਤਾ ਰਾਮ ਬਤਰਾ ਅਤੇ ਹੋਰ ਸੰਗਤਾਂ ਨੇ ਸੁਣੀ ਤਾਂ ਭਾਈ ਜੀਤਾ ਰਾਮ ਜੀ ਬਤਰਾ ਗਦ ਹੋ ਗਏ ਅਤੇ ਉਹਨਾਂ ਮੰਗ ਮੰਗੀ, ਸਤਿਗੁਰੂ ਜੀ ਸਾਨੂੰ ਅਸੀਸ ਦਿਓ ਕਿ ਸਾਡੇ ਹਿਰਦਿਆਂ ਵਿੱਚ ਜਪਜੀ ਸਾਹਿਬ ਦਾ ਇੱਕ ਇੱਕ ਅੱਖਰ ਵਸ ਜਾਏ। ਇਹ ਕਹਿ ਕੇ ਭਾਈ ਜੀਤਾ ਰਾਮ ਬਤਰਾ ਨੇ ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਰੁਦਨ ਕਰਨ ਲੱਗਾ ਤਾਂ ਸਤਿਗੁਰੂ ਜੀ ਨੇ ਭਾਈ ਜੀਤਾ ਰਾਮ ਨੂੰ ਧੀਰਜ ਦੇ ਕੇ ਅਸੀਸ ਦਿੱਤੀ, ਤੂੰ ਨਿਹਾਲ ਹੋਇਓ, ਤੂੰ ਸ੍ਰੀ ਸਤਿਗੁਰੂ ਸਾਧੂ ਰਾਮ ਜੀ ਦਾ ਲਾਡਲਾ ਸੇਵਕ ਹੈ, ਤੂੰ ਉਹਨਾਂ ਦਾ ਬਰਸਾਇਆ ਹੋਇਆ ਹੈ। ਇਹ ਸੁਣ ਕੇ ਭਾਈ ਜੀਤਾ ਰਾਮ ਨੇ ਬੇਨਤੀ ਕੀਤੀ, ਸਾਹਿਬ ਜੀਓ ਛੁਪਾਂਦਰਾ ਛੱਡੋ, ਤੁਸੀਂ ਹੀ ਸਤਿਗੁਰੂ ਸਾਧੂ ਰਾਮ ਜੀ ਦਾ ਸਰੂਪ ਹੋ, ਤੁਸਾਂ ਵਿੱਚ ਹੀ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਰਹੇ ਹਨ। ਉਸ ਵਕਤ ਸੰਗਤ ਵਿੱਚ ਕੁਝ ਬੰਦੇ ਬੈਠੇ ਹੋਏ ਸਨ ਜਿਨ੍ਹਾਂ ਨੇ ਸ੍ਰੀ ਸਤਿਗੁਰੂ ਜੀ ਤੋਂ ਨਾਮ ਨਹੀਂ ਸੀ ਲਿਆ ਹੋਇਆ। ਉਹਨਾਂ ਨੇ ਵੀ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੇ 'ਤੇ ਵੀ ਨਾਮ ਦੀ ਬਖਸ਼ਿਸ਼ ਕਰੋ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਰਹਿਣੀਆਂ ਦਸੀਆਂ ਤਾਂ ਸਾਹਿਬਾਂ ਨੇ ਇੱਕ ਇੱਕ ਕਰਕੇ ਜਿਨ੍ਹਾਂ ਨਾਮ ਨਹੀਂ ਸੀ ਲਿਆ ਹੋਇਆ ਉਹਨਾਂ ਨੂੰ ਨਾਮਦਾਨ ਦੀ ਦੇਣ ਦੀ ਕਿਰਪਾਲਤਾ ਕੀਤੀ ਅਤੇ ਸੰਗਤ ਆਪੋ ਆਪਣੇ ਘਰਾਂ ਨੂੰ ਗਈ। ਭਾਈ ਜੀਤਾ ਰਾਮ ਵੀ ਸਾਹਿਬਾਂ ਤੋਂ ਅਸੀਸ ਲੈ ਕੇ ਆਪਣੇ ਘਰ ਚਲੇ ਗਏ। ਉਹਨਾਂ ਦਾ ਹਿਰਦਾ ਸਾਹਿਬਾਂ ਦੇ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਅਤੇ ਮਨ ਗਦਗਦ ਸੀ। ਉਸ ਵਕਤ ਸੰਗਤ ਵਿੱਚ ਕੁਝ ਬੰਦੇ ਬੈਠੇ ਹੋਏ ਸਨ ਜਿਨ੍ਹਾਂ ਨੇ ਸ੍ਰੀ ਸਤਿਗੁਰੂ ਜੀ ਤੋਂ ਨਾਮ ਨਹੀਂ ਸੀ ਲਿਆ ਹੋਇਆ। ਉਹਨਾਂ ਨੇ ਵੀ ਆਪ ਜੀ ਦੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀਓ ਸਾਡੇ 'ਤੇ ਵੀ ਨਾਮ ਦੀ ਬਖਸ਼ਿਸ਼ ਕਰੋ। ਤਾਂ ਸ੍ਰੀ ਸਤਿਗੁਰੂ ਭਗਵਾਨ ਦਾਸ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ ਰਹਿਣੀਆਂ ਦਸੀਆਂ।
ਤਾਂ ਸਾਹਿਬਾਂ ਨੇ ਇੱਕ ਇੱਕ ਕਰਕੇ ਜਿਨ੍ਹਾਂ ਨਾਮ ਨਹੀਂ ਸੀ ਲਿਆ ਹੋਇਆ ਉਹਨਾਂ ਨੂੰ ਨਾਮਦਾਨ ਦੇਣ ਦੀ ਕਿਰਪਾਲਤਾ ਕੀਤੀ ਅਤੇ ਸੰਗਤ ਆਪੋ ਆਪਣੇ ਘਰਾਂ ਨੂੰ ਗਈ। ਭਾਈ ਜੀਤਾ ਰਾਮ ਵੀ ਸਾਹਿਬਾਂ ਤੋਂ ਅਸੀਸ ਲੈ ਕੇ ਆਪਣੇ ਘਰ ਚਲੇ ਗਏ। ਉਹਨਾਂ ਦਾ ਹਿਰਦਾ ਸਾਹਿਬਾਂ ਦੇ ਸ਼ੁਕਰਾਨੇ ਨਾਲ ਭਰਿਆ ਹੋਇਆ ਸੀ ਅਤੇ ਮਨ ਗਦਗਦ ਸੀ। ਸਾਖੀ ਪੂਰੀ ਹੋਈ। राम कली मल्हा तीजा आनंद एक ओंकार सतगुरु प्रसाद आनंद पिया मेरी माए। सतगुरु मैं पाया सतगुर ता पाया सह चित मन वजिया वधाइया राग रतन परवार परिया सबद गावण आय। सब दोष गावो हरि केरा मन जिने वसाया। कहे नानक आनंद हो सतगुरु मैं पाया। ए मन मेरे तू सदा रो हर नाल रो तू मन मेरे दुख सब विसारना। अंगीकारो करे तेरा कर सब सवार। सब नागला समरथ स्वामी तो क्यों मनो विसारे। कहे नानक मन मेरे सदा रो हर नाल। साचे साहिबा क्या नहीं करते रे करता तेरे सब कुछ है जिस दे सो पावै। सदा सिफ सहलाते नाम मन वसावै। नाम जिनके मन वसिया वाजे शब्द कनेरे। कहे नानक सच्चे साहिब क्या नहीं। साचा नाम मेरा आधारो सच नाम आधार मेरा जिन भुखा सब गवाय। कर शांत सुख मन आय वस्या जिन इच्छा सब हो जाय। सदा कुर्बान की ठाकुर विटो जिसदियां ए वडियाइयां। कहे नानक सुनो संत सब तरो प्यारो। साचा नाम मेरा आधार वाजे पंच शब्द कार सभा के सब वाज। कल्ला जिस कर तारिया पाइंदो तुझ कीते काल कंटक मार। तुर करम पाया तो जिनको से नाम हर के लागे। कहे नानक तै सुख हो तित अनंत वाजे। अनंत नो वड भागियो सगल मनोरथ पूरे। पार ब्रह्म प्रपाया उतरे सगल वसूरे। दुख रोग संताप उतरे सुनी सच्ची बाणी। शांत साजन पहे सर्च पूरे गुरते जान। सुनते पुनि कहते पवे सतगुर रया भरपूर। बिन वंटन गोचरण लाग वाजे अनया तुरे श्लोक। पवन गुरु पाणी पिता माता तत महात। देव सरा तो दाई दाया खेल सगल जगात। चंगिया या पुर आईया वाचा धर्म अधूर। कर्मी आपो आपनी के नेड़े के दूर। जिन्नी नाम ते आया गए नानक ते मुखे उजले केती छुट्टी ना। जिन्नी नाम ते आया गए मस्तक काल। नानक ते मुखे उजले केती छुट्टी नाल जाके। हरे दात हमारी जियो पिंड सब तेरा प्यारिया। कहो नानक सब तेरी वडियाई। कोई नाम न जाने मेरा सतगुरु। को नानक सब तेरी वडियाई। कोई नाम न जाने मेरा सतगुरु। एक ओंकार सतगुर प्रसाद अरदास तुझे आगे अरदास हमारी। जियो पिंड सब तेरा को नानक सब तेरी वडियाई। कोई नाम न जाने मेरा। आप निरंकार जी सिमर कै
गुरु नानक ले ते आए। फिर अंगद ते गुरु अमरदास रामदास ते होए सहाय। हर जने हर गोबिंद न सिमरो श्री हर राय। श्री हर कृष्ण ते आइए जे डिठे सब दुख जाए। एक बार हृदय सिमरिया घर नो नित आवे ताए। साठ थाई होना ताए। 10वें पातशाह श्री गुरु गोबिंद सिंह जी महाराज साठ थाई होना ताए। धन धन साहब श्री गुरु ग्रंथ साहब जी आप जी की महिमा कही न जाए। धन धन सतगुरु बालक सिंह साहब जी का धंधा मार्ग दिया बताए। धन धन सतगुरु संगता साहब जियो सतगुरु राम सिंह साहब जी का नाम दिया वर्ताए। धन धन सतगुरु नारायण दास साहब जी जिन जामतों लिया चढ़ाए। धन धन सतगुरु साधु राम साहब जी जिन करने लिया लगाए। धन धन सतगुरु भगवान दास साहब जी जो अंते होए ताए। धन धन सतगुरु सेवा राम साहब जी जो अंग संग होए ताए। अंतर जामी सतगुरु जो हाजरा हजूरो जारा जुहूरो सर्व कलाता पूरनो पातशाह जियो। इस वक्त आप बख्शे के रहमत करियो। अमृत तो लैके हुण तक अपने सोहने दरबार सजा के सरबत साध संगत नूं दर्शन दे के निहाल करियो। आप जी दा कोटंग कोटंग धन्यवाद है। आप जी दे भाणे अंदर 4 पैर हाथ सुख और शांता प्रतीत होई है। आप जी दे भाणे अंदर 4 पैर दिन आया है। आप जी नूं भावे सुख और शांति गुजारनी बख्शिश करनी रहमत करनी कृपा करनी तरस करनी दया करनी नानक नदरी नदर निहाल करनी। असी कलयुग जी वहाँ खिन खिन बोलने हारा रोम रोम गुनाहगारा। ना भुलनी ना भुलावी ना विसरी ना विसारी। ओ काम करवाने जो आप जी नूं भावन। ओ काम ना कवाने जो आप तो बेमुख होण। अंतर जामी सतगुरु जी आप जी ने बख्शिश रहमत कृपा की है। हो मूर्ख कारे लाहिया नानक हर कमे पातशाह जियो। अमृत तो लैके हुण तक आप जी दे सोहणे सचखंड दरबार अंदर दीवान सजे हन। सजे दीवान अंदर जप प्रयोग नूं मुख रखदे होए नितनेम वरनी साहब जी होए हन। तारिया जहान लिया अभिमान जिन्नी दर्शन पाया। जिन्नी तुनू धन किया तिन मनेर न आया। गुरदेशां दे पाठ होए हन। सुखमनी साहब जी दे पाठ होए हन। धन धन सतगुरु भगवान दास साहब जियो आप जी का जीवन चरित गुर इतिहास होया। आनंद साहब 6 पौड़ियां दे पाठ होए हन। बाणी पढ़द्या होया नाम जपद्या होया बाणी सुनद्या होया बच्चियां चेपकां पासों अनेकां प्रकार दियां गलतियां ते व्यक्तियां होणगियां। अनजान बच्चे समझ के माफ करना। अगों तो समर्थ बखनी शुद्ध बाणी पंडी बल उद्दम उत्साह ते प्यार बखना। आई हुई सबत तातंग दे काल जरास करने कदम लेके लावणे। गाविया सुनिया थाएं पावना साहब जियो अरदास ते बेनती है। आप जी का महान फरमान है। सतगुरु आयो शरण तुहारी मिला सुख ना मर शोभा। चिंता लाए हमारी राहो अवर न तुझे दूजी ठायर। हार परो तो द्वारे लेखा छोट अलेखा छूटे। हम निर्गुण लियो उबारी। सत बख्शिन सदा मेरवाना सबना दे आधारी। नानक दास सन पाठै परियो राग गलियो हो बारी। जो मांगे ठाकुर अपने ते सोई तो ही देवै। नानक दास मुक्ते जो बोले इयां उवां सच होवै। शबद नूं मुख दे पातशाह जियो जो माई भाई आप जी दे सोहणे सचखंड दरबार अंदर अरदासां ते बेनतियां कर हन। सरबत साध संगत दियां शुभ मनोकामना पूर्ण करनियां। सरबत साध संगत नूं नाम दान इशनान चाह पदार्थ बच के आदियां ब्यादियां उपाध्य बचा के चरना का प्यार बखना। साध संगत की सेवा बखनी। मन नीवा मत उच्ची बखनी। मेहर परिया
ਹੱਥ ਚੰਗਣਾ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਜੀਓ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਦਰ ਦੁਖ ਲੱਤਾ ਸ਼ਬਦ ਨੂੰ ਮੁਖ ਦੇ ਆਪ ਜੀ ਦੇ ਸੋਹਣੇ ਪੋਤੀ ਸਾਹਿਬ ਦਾ ਅੰਮ੍ਰਿਤ ਵੇਲੇ ਪ੍ਰਕਾਸ਼ ਹੋਇਆ ਸੀ ਪਾਤਸ਼ਾਹ ਜੀਓ। ਇਸ ਉਪਰੰਤ ਆਪ ਦਾ ਜੀਵਨ ਚਰਿਤ ਗੁਰ ਇਤਿਹਾਸ ਹੋਇਆ। ਇਸ ਵਕਤ ਆਪ ਨੂੰ ਆਗਿਆ ਲੈ ਕੇ ਆਪ ਦੇ ਸੋਹਣੇ ਸਰੂਪ ਪੋਤੀ ਸਾਹਿਬ ਦੀ ਸੇਵਾ ਹੋਏਗੀ, ਸੁਹਾਰਾ ਸਾਹਿਬ ਹੋਏਗਾ। ਆਗਿਆ ਤੇ ਪ੍ਰਵਾਨਗੀ ਬਖਸ਼ਣੀ, ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਕਿਰਪਾ ਕਰਨੀ ਅਤੇ ਆਪਣੇ ਨਿਜ ਸਥਾਨ 'ਤੇ ਜਾਣ ਦੀ ਕਿਰਪਾਲਤਾ ਕਰਨੀ। ਪਰਿਵਾਰ ਨੂੰ ਅਤੇ ਸਰਬੱਤ ਸਾਧ ਸੰਗਤ ਨੂੰ ਸਦਾ ਵਾਸਤੇ ਹਰ ਪ੍ਰਕਾਰ ਦੀਆਂ ਖੁਸ਼ੀਆਂ ਦੀ ਦਾਤ ਬਖਸ਼ਣੀ। ਉਪਰੰਤ ਕੀਰਤਨ ਦਰਬਾਰ ਸਜਣਗੇ। ਆਗਿਆ ਤੇ ਪ੍ਰਵਾਨਗੀ ਬਖਸ਼ਣੀ। ਰਾਗੀ ਸਿੰਘਾਂ ਦੇ ਕੰਠ ਰਸੀਲੇ ਕਰਨੇ। ਆਪਣੀ ਸੇਵਾ ਆਪ ਜਾਣੀ, ਆਪਣੇ ਕਾਰਜ ਆਪ ਸਵਾਰਨੇ। ਆਪ ਜੀ ਦੇ ਭਰੇ ਜਾਣ ਚੋਂ ਕਲਾਪ ਚਾ ਦੇਗਾ ਸਰ ਹੈ। ਆਪ ਜੀ ਰਤਨੀ ਲਾਇਕ ਹੋਵੇ। ਆਪ ਜੀ ਦਾ ਤੀਤ ਪ੍ਰਚਾਰ ਸਬਤ ਸਾਧ ਸੰਗਤ ਤੇ ਵਰਤੇ। ਸਹੀ ਸੱਜਣ ਮਿਲਨੇ ਜਿੰਨਾ ਮਿਲਿਆ ਆਪ ਜੀ ਦਾ ਸੋਹਣਾ ਪਵਿੱਤਰ ਨਾਮ ਚੇਤਾਵੇ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਬੋਲੇ ਤੋਏ ਪੀਓ ਅਰਪ ਸਾਧ ਕੋ ਆਪਣਾ ਜਿਉ ਸਾਧ ਕਟੂੜ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਬੜੇ ਭਾਗੀ ਪਾਏ ਸਾਧ ਸੰਗ ਹਲਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਏ ਜੀ ਸੰਤ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਓਟ ਗਈ ਜੀ ਸਾਹਿਬਾਂ ਦਰ ਤਾਰਿਆ ਜਾਨ ਲਿਆ ਬੇਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜੇ ਨ ਆਇਆ। ਤਾਰਿਆ ਜਾਨ ਲਿਆ ਬੇਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜੇ ਨ ਆਏ। ਤਾਰਿਆ ਜਾਨ ਲਿਆ ਬੇਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜੇ ਨ ਆਏ। ਤਾਰਿਆ ਜਾਨ ਲਿਆ ਬੇਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜੇ ਨ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜੇ ਨ। ਤੁਮਰੀ ਚਰਨ ਤੁਮਾਰੀ ਆਸਾ ਤੁਮਈ ਸਜਨ ਸੋਹਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਕਰਕੇ ਗੋਲੇ ਡੈਂਡੀ ਬੰਦਸ਼ ਮੈਂ ਕੋਏ ਨਾ ਡੇਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਏ ਤੇ ਮਿੱਤਰ ਵਿਚੋਲੇ ਜੈ ਮਿਲ ਕੰਟ ਪਛਾਣਾ ਕਿਰਪਾ ਕਰੋ दीन के दाते मेरा गुण आवे गण न विचारो कोई माटी का क्या तो स्वामी मानस की
गाटे माटी का क्या तो पै स्वामी मन से की घट तनात्री महला पंजवा जय जय पे को जय अधूर दूर कटू न जाए रावरिया सारे भट्र में मन सदा ते आए जय जय पे को जय अधूर दूर कटू न जाए रावरिया सारे भद्र में मन सदा ते आए ईट ऊट नहीं बिछड़े सो संगी गनिया बिन जाए जो निमक में सो अलप सुख पनिया राहो प्रतिपाल है आपे आओ दे कटे ऊन न होए साथ साथ संभालता मेरा प्रभ सोहे अचल अछेद अपार प्रभ ऊंचा जांका रूप जप जप करे आनंद जन अचरज अनूप सा मट देहो दयाल प्रभ जित तुम्हें आराधा नानक मंगै दान प्रभ रेन पग साधा सा मट देहो दयाल प्रभ जित तुम्हें आराधा नानक मंगै दान प्रभ रेन पग साधा।